ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦਾ ਜੀ ਆਪ ਸਾਰੇ ਹੀ ਗੁਰੂ ਕਿਰਪਾ ਨਾਲ ਸੁਖ ਸਾਂਝ ਵਰਤ ਰਹੇ ਹੋਗੇ। ਤੇ ਅੱਜ ਮਹਾਰਾਜ ਨੇ ਇਹ ਸਮਾਂ ਅਵਸਰ ਬਖਸ਼ਿਆ ਹੈ ਆਪ ਸਾਰਿਆਂ ਦੇ ਦਰਸ਼ਨ ਦੀਦਾਰ ਕਰਨ ਦਾ। ਤੇ ਬੇਨਤੀ ਹੈ, ਮੈਨੂੰ ਹੁਕਮ ਹੋਇਆ ਸੀ ਵੀ ਆਪ ਕੁਝ ਵਿਚਾਰਾਂ ਸਾਂਝੀਆਂ ਕਰੀਆਂ ਜਾਣ ਸਾਰੀਆਂ ਸਿੱਖ ਸੰਗਤਾਂ ਦੇ ਨਾਲ, ਪਿਆਰਿਆਂ ਦੇ ਨਾਲ। ਤੇ ਤੁਹਾਡਾ ਸਪੇਅਰ ਬਿੱਲ ਹਾਜ਼ਰ ਹੈ। तो स्पेयर बिल ਦੀ ਇੱਕ ਆਮ ਕਰਕੇ ਇੱਕ ਸਾਡੇ ਆਪਾਂ ਗੱਡੀਆਂ 'ਚ ਰੱਖੀ ਦਾ ਨਾ ਸਿਰ ਬਿੱਲ, ਉਹਨੂੰ ਆਪਾਂ ਚੈੱਕ ਕਰਨਾ ਭੁੱਲ ਜਾਂਦੇ ਹਾਂ। ਉਹਦੀ ਹਵਾ ਦੇਖਣੀ, ਉਹ ਠੀਕ ਹੈ ਕਿ ਨਹੀਂ ਹੈ। ਤੇ ਫਿਰ ਜਦੋਂ ਲੋੜ ਪੈਂਦੀ ਹੈ ਤੇ ਕਈ ਵਾਰ ਉਹ ਪੂਰੀ ਕੰਡੀਸ਼ਨ 'ਚ ਨਹੀਂ ਹੁੰਦਾ ਸਾਨੂੰ। ਤੇ ਪਰ ਕਿਸੇ ਜਿਵੇਂ ਕਿਵੇਂ ਉਹ ਤੁਹਾਨੂੰ ਨੇੜੇ ਟਿਕਾਣੇ ਤੱਕ ਲੈ ਜਾਂਦਾ। ਸੋ ਤੁਹਾਡਾ ਸਪੇਅਰ ਬਿੱਲ ਵੀ ਅਗਲਾ ਸਮਾਂ ਜਿੰਨਾ ਮਹਾਰਾਜ ਨੇ ਆਪ ਜੀ ਨਾਲ ਬਖਸ਼ਿਆ ਕੋਸ਼ਿਸ਼ ਕਰਾਂਗਾ ਬਹੁਤੀ ਬੰਪੀ ਰਾਈਡ ਨਾ ਹੋਵੇ ਤੇ ਆਪਾਂ ਕੁਛ
रल मिल के ग्रहण कर सकिए। सो आप जी दे जे कोई सवाल आउण मन या आप जी कोई मेरी कीती गल नूं दुरुस्त करना चाहो ते जी आयां नूं सुनेहा पाओ देना। वीर बैठे ने खालसा कैंप दे, ਉਹ ਤੁਹਾਡੇ ਸਵਾਲ ਤੁਹਾਡੇ ਵਿਚਾਰ ਮੇਰੇ ਨਾਲ ਸਾਂਝੇ ਕਰੀ ਜਾਣਗੇ ਤੇ ਯਥਾ ਸ਼ਕਤ ਗੁਰੂ ਕਿਰਪਾ ਕਰੇ ਉਸ ਅਨੁਸਾਰ ਮੈਂ ਆਪ ਜੀ ਦੀ ਆਪਣੇ ਨਾਲ ਵਿਚਾਰਾਂ ਦੀ ਸਾਂਝ ਕੇ ਵਧਾਵਾਂਗਾ। ਸਮਾਂ ਅੱਜ ਕੱਲ੍ਹ ਆਪਾਂ ਸਾਰੇ ਘਰਾਂ 'ਚ ਬੈਠੇ ਹਾਂ, ਸਾਰੇ ਜਾਣਦੇ ਹਾਂ ਵੀ ਇਹ ਸਮਾਂ ਵਿਖੜਾ ਸਮਾਂ ਚੱਲ ਰਿਹਾ ਹੈ। ਹਰ ਪਾਸੇ ਮਹਾਮਾਰੀ ਫੈਲੀ ਹੈ, ਬਹੁਤ ਜ਼ਿਆਦਾ ਤਕਲੀਫਾਂ ਨੇ, ਹਰ ਰੋਜ਼ ਬਹੁਤ ਦੁਖਦਾਈ ਗੱਲਾਂ ਸੁਣਨ ਨੂੰ ਮਿਲਦੀਆਂ ਨੇ। ਅਸੀਂ ਜੋ ਬੈਠੇ ਹਾਂ ਅਮਰੀਕਾ ਵਿੱਚ, ਮੈਂ ਇਸ ਵੇਲੇ ਆਇਆ ਹੋਇਆ ਤੇ ਇੱਥੇ ਤਾਂ ਸਭ ਤੋਂ ਜ਼ਿਆਦਾ ਭਿਆਨਕ ਚੱਲ ਰਿਹਾ ਹੈ ਮੰਜ਼ਰ। ਅੱਜ ਹੀ ਮੈਂ ਆਪਣੇ ਫੇਸਬੁੱਕ ਤੇ ਸ਼ੇਅਰ ਕੀਤਾ ਹੈ ਜੀ, ਨਿਊਯਾਰਕ ਵਿੱਚ ਇੱਕ ਪਰਿਵਾਰ, ਉਸ ਪਰਿਵਾਰ ਦੇ 2 ਮੇਲ ਮੈਂਬਰ ਸਨ। ਸਰਦਾਰ ਸਾਹਿਬ ਸੀਗੇ ਪਹਿਲਾਂ, ਉਹ ਚੜ੍ਹਾਈ ਕਰ ਗਏ। ਉਹਨਾਂ ਦਾ 45 ਸਾਲ ਦਾ ਬੇਟਾ, ਉਹ ਜਿਸ ਦਿਨ ਉਹਨਾਂ ਦਾ ਸੰਸਕਾਰ ਕੀਤਾ ਉਸ ਤੋਂ ਅਗਲੇ ਦਿਨ ਉਹ ਬੇਟਾ ਵੀ ਚੜ੍ਹਾਈ ਕਰ ਗਿਆ। ਇੱਕ ਬੇਟਾ ਹੋਰ ਸੀ, ਉਹ 2 ਸਾਲ ਪਹਿਲਾਂ ਚੜ੍ਹਾਈ ਕਰ ਗਿਆ। ਹੁਣ ਪਰਿਵਾਰ ਵਿੱਚ ਸਿਰਫ 3 ਬੀਬੀਆਂ ਤੇ 4 ਬੱਚੇ ਰਹਿ ਗਏ ਨੇ। ਸੋ ਇਸ ਤਰ੍ਹਾਂ ਦੇ ਦੁਖਦਾਈ, ਬਹੁਤ ਹੀ ਮਨ ਨੂੰ ਝਿਜਕੋਰਨ ਵਾਲੇ ਹਾਦਸੇ ਵਰਤ ਰਹੇ ਨੇ। ਤੇ ਆਮ ਕਰਕੇ ਜਦੋਂ ਸਾਡੇ ਨੇੜੇ ਇਸ ਤਰ੍ਹਾਂ ਦਾ ਕੋਈ ਵਾਪਰਦਾ ਹੈ ਭਾਣਾ, ਤੇ ਸਾਡੇ ਮਨ ਵਿੱਚ ਆਉਂਦਾ ਹੈ ਵੀ ਕਿਉਂ ਗੁਰਸਿੱਖਾਂ ਨਾਲ ਕਿਉਂ ਹੁੰਦਾ ਇਹ। ਕਿਉਂਕਿ ਅਸੀਂ ਆਮ ਕਰਕੇ ਦੇਖਦੇ ਹਾਂ ਵੀ ਸਾਡੇ ਨੇੜੇ ਗੁਰਸਿੱਖਾਂ ਦੇ ਵਿੱਚ, ਕਿਉਂਕਿ ਅਸੀਂ ਜਿਹੜੇ ਵਾਤਾਵਰਨ 'ਚ ਵਿਚਰ ਰਹੇ ਹਾਂ, ਹੁਣ ਜੇ ਸਾਡੀ ਸਾਂਝ ਸਿੱਖਾਂ ਨਾਲ ਹੋਏਗੀ, ਗੁਰਸਿੱਖਾਂ ਨਾਲ ਹੋਏਗੀ, ਤੇ ਸਾਨੂੰ ਉਹਨਾਂ ਦੀਆਂ ਹੀ ਖਬਰਾਂ ਮਿਲਣਗੀਆਂ। ਇਹ ਨਹੀਂ ਹੁੰਦਾ ਵੀ ਕੋਈ ਸਿੱਖਾਂ ਨੂੰ ਜਾਂ ਜਿਹੜੇ ਧਰਮੀ ਹੁੰਦੇ ਉਹਨਾਂ ਨੂੰ ਤਕਲੀਫਾਂ ਜ਼ਿਆਦਾ ਹੁੰਦੀਆਂ ਨੇ। ਤਕਲੀਫਾਂ ਤਾਂ ਇਹ ਸਰੀਰ ਦੇ ਨਾਲ ਚੱਲਦੀਆਂ ਨੇ। ਇਹ ਆਪਾਂ ਜਿਵੇਂ ਵਿਚਾਰ ਕਰਾਂਗੇ ਕਿ ਉਹਦੇ ਵਿੱਚ ਆਪਾਂ ਇਹ ਮਹਾਰਾਜ ਕਿਰਪਾ ਕਰਨ ਸਾਨੂੰ ਇਹਦੀ ਸਿਹਤ ਬਖਸ਼ਣ। ਇਹ ਦੁੱਖ ਤਕਲੀਫ ਤਾਂ ਸਰੀਰ ਦੇ ਨਾਲ ਚੱਲਦੇ ਨੇ, ਪਰ ਸਵਾਲ ਆਮ ਆਉਂਦੇ ਆ ਬਈ ਜਿਹੜੇ ਧਰਮੀ ਨੇ ਉਹਨਾਂ ਨੂੰ ਤਕਲੀਫਾਂ ਕਿਉਂ, ਜਿਹੜੇ ਵਕਾਰੀ ਨੇ ਉਹ ਤਾਂ ਸੁੱਖ ਭੋਗਦੇ ਨੇ। ਔਰ ਲੱਗਦਾ ਵੀ ਹੈ ਕਿ ਸਾਰੇ ਸੰਸਾਰ ਵਿੱਚ ਜਿੰਨੇ ਵਕਾਰੀ ਨੇ, ਲੁਟੇਰੇ ਨੇ, ਜਿਨ੍ਹਾਂ ਨੇ ਬੈਂਕਾਂ ਦੇ ਲੱਖਾਂ ਕਰੋੜ ਲੁੱਟੇ ਨੇ, ਹਾਂਜੀ, ਉਹ ਦੇਖਣ ਨੂੰ ਤਾਂ ਬੜੇ ਸੁੱਖਾਂ ਵਿੱਚ ਨੇ। ਹਾਂਜੀ, ਉਹਨਾਂ ਕੋਲ ਹਰ ਪ੍ਰਕਾਰ ਦੀ ਸੁੱਖ ਸੁਵਿਧਾਵਾਂ ਨੇ। ਤੇ ਜਿਹੜਾ ਧਰਮੀ ਬੰਦਾ, ਸਾਨੂੰ ਆਮ ਕਰਕੇ ਦੇਖਦੇ ਹਾਂ ਵੀ ਮਸਾਂ ਹੀ ਲੋੜਾਂ ਪੂਰੀਆਂ ਹੋ ਰਹੀਆਂ ਹੁੰਦੀਆਂ ਨੇ। ਤੇ ਕਿਉਂ ਇਸ ਤਰ੍ਹਾਂ ਹੁੰਦਾ? ਤੇ ਇਹ ਦੁੱਖ ਤੇ ਸੁੱਖ ਦੀ ਗੱਲ ਜਿਹੜੀ ਆਪਾਂ ਸਾਨੂੰ ਰੋਜ਼ ਇਹ ਝੰਜੋੜਦੀ ਹੈ, ਸਾਡੇ ਮਨ 'ਚ ਸਵਾਲ ਖੜੇ ਕਰਦੀ ਹੈ, ਕਿਉਂ ਦੁੱਖ ਆਉਂਦੇ ਆ, ਕਿਉਂ ਸੁੱਖ ਆਉਂਦੇ ਆ। ਤੇ ਗੁਰਬਾਣੀ ਸਾਨੂੰ ਇਹਨਾਂ ਬਾਰੇ ਬਹੁਤ ਸੋਹਣੀ ਸੇਧ ਦਿੰਦੀ ਹੈ। ਗੁਰੂ ਮਹਾਰਾਜ ਸ਼ਬਦ ਗੁਰੂ ਸਾਨੂੰ ਇਹਦੇ ਬਾਰੇ ਹਰ ਰੋਜ਼ ਸਾਨੂੰ ਸਮਝਾਉਂਦੇ ਨੇ। ਪਰ ਇਹ ਵੀ ਆਸ-ਪਾਸ ਦਾ ਵਰਤਾਰਾ ਦੇਖ ਕੇ ਮਨ ਵਿੱਚ ਫਿਰ ਸਵਾਲ ਉੱਠਦੇ ਨੇ ਵੀ ਕਿਉਂ ਇਸ ਤਰ੍ਹਾਂ ਹੁੰਦਾ। ਦੁੱਖ ਕਈ ਤਰੀਕੇ ਦੇ ਨੇ, ਹਨਾ। ਸਾਨੂੰ ਸਰੀਰਕ ਦੁੱਖ ਹੁੰਦੇ ਨੇ, ਸਾਨੂੰ ਆਪਣੇ ਜ਼ਿੰਦਗੀ ਵਿੱਚ ਚੱਲਦਿਆਂ ਔਕੜਾਂ ਆਉਂਦੀਆਂ ਨੇ, ਔਖ ਹੁੰਦੀ ਹੈ ਸਾਡੇ ਲਾਈਫ ਵਿੱਚ ਕਈ ਪ੍ਰਕਾਰ ਦੀਆਂ। ਤੇ ਇਹ ਸਾਰਾ ਕੁਝ ਸਾਡੀ ਚਲਦੀ ਜੀਵਨ ਦੀ ਕਈ ਵਾਰ ਨਹੀਂ ਹੈ ਜਿਹੜੀ ਬੜੀ ਸੋਹਣੀ ਚੱਲ ਰਹੀ ਹੁੰਦੀ ਹੈ, ਅਚਾਨਕ ਹੀ ਖੜੋਤ ਆ ਜਾਂਦੀ ਹੈ, ਕੋਈ ਇਸ ਤਰ੍ਹਾਂ ਦਾ ਭਾਣਾ ਵਰਤਦਾ ਵੀ ਸਾਰਾ ਕੁਝ ਸਾਨੂੰ ਇਹ ਲੱਗਦਾ ਖੜ ਗਿਆ, ਹਨਾ। ਤੇ ਉਹਦੇ ਵਿੱਚ ਬੰਦਾ ਸੋਚੀ ਪੈ ਜਾਂਦਾ ਵੀ ਕਿਉਂ, ਹਨਾ। ਖਾਸ ਕਰਕੇ ਜਿਹੜੇ ਧਰਮ ਦੇ ਮਾਰਗ ਤੇ ਚੱਲਦੇ ਆ ਉਹਨਾਂ ਦੇ ਵਾਸਤੇ ਸਵਾਲ ਜ਼ਰੂਰ ਬਣ ਚੁੱਕੇ ਨੇ ਵੀ ਮੇਰੇ ਨਾਲ ਕਿਉਂ? ਮੈਂ ਤਾਂ ਬਾਣੀ ਪੜ੍ਹਦਾ ਸੀ, ਮੈਂ ਤਾਂ ਨਿਤਨੇਮ ਕੀਤਾ, ਮੈਂ ਤਾਂ ਅੰਮ੍ਰਿਤ ਵੀ ਛਕਿਆ, ਮੈਂ ਤਾਂ ਗੁਰਦੁਆਰੇ ਜਾ ਕੇ ਸੇਵਾ ਵੀ ਕਰਦਾ, ਮੇਰੇ ਨਾਲ ਕਿਉਂ? ਇਹ ਸਵਾਲ ਆਮ ਕਰਕੇ ਸਾਡੇ ਮਨਾਂ ਵਿੱਚ ਉੱਠਦੇ ਨੇ। ਹੁਣ ਇਸ ਦੀ ਜੋ ਗੱਲ ਅੱਗੇ ਤੁਰਨ ਤੋਂ ਪਹਿਲਾਂ ਹਰ ਦੁੱਖ ਦਾ ਮੂਲ ਸੁੱਖ ਹੈਗਾ, ਸੁੱਖ ਵਿੱਚੋਂ ਹੀ ਦੁੱਖ ਨਿਕਲਦਾ। ਇਹ ਗੱਲ ਕਿਵੇਂ ਇਹਨੂੰ ਆਪਾਂ ਵਿਚਾਰਦੇ ਹਾਂ। ਹੁਣ ਦੁੱਖ ਜਿਹੜੇ ਨੇ ਨਾ 2 ਪ੍ਰਕਾਰ, ਆਪਣੇ ਸੁੱਖਾਂ ਦੀ ਗੱਲ ਕਰੀਏ, ਸੁੱਖ 2 ਪ੍ਰਕਾਰ ਦੇ ਨੇ। ਇੱਕ ਨੇ ਪਦਾਰਥਾਂ ਦੇ ਸੁੱਖ, ਜਿਹੜੇ ਮਾਇਆ ਦੇ ਸੁੱਖ ਨੇ, ਤੇ ਇੱਕ ਨੇ ਪਰਮਾਰਥ ਦਾ ਸੁੱਖ ਹੈ, ਜਿਹੜੇ ਧਰਮ ਦੇ ਮਾਰਗ ਤੇ ਚੱਲ ਕੇ ਜਿਹੜਾ ਸੁੱਖ ਮਿਲਦਾ ਹੈ। ਹੁਣ ਦੋਹਾਂ ਦੇ ਵਿੱਚ ਫਰਕ ਹੈਗਾ। ਪਦਾਰਥਾਂ ਦਾ ਸੁੱਖ ਜਿਹੜਾ ਉਹ ਸਾਨੂੰ ਇਹਨਾਂ ਅੱਖਾਂ ਨਾਲ ਦਿਖਦਾ ਹੈ, ਅਸੀਂ ਉਹ ਦ੍ਰਿਸ਼ਟਮਾਨ ਹੈ, ਇਹ 5 ਭੂਤਕ ਅੱਖਾਂ ਨਾਲ ਅਸੀਂ ਦੇਖਦੇ ਹਾਂ,
ਅਸੀਂ ਉਹਨੂੰ ਆਪਣੇ ਆਸ-ਪਾਸ ਮਹਿਸੂਸ ਕਰਦੇ ਹਾਂ। ਇਸ ਕਰਕੇ ਉਹ ਸੁੱਖ ਸਾਡੀ ਸਮਝ ਵਿੱਚ ਜਲਦੀ ਆ ਜਾਂਦਾ ਹੈ, ਇਨਸਾਨ ਦੀ ਸਮਝ ਵਿੱਚ ਜਲਦੀ ਆ ਜਾਂਦਾ ਹੈ। ਜਿਹੜਾ ਪਰਮਾਰਥ ਦਾ ਸੁੱਖ ਹੈਗਾ, ਉਹ ਉਸ ਰਾਹ ਤੇ ਚੱਲਣਾ ਪੈਂਦਾ ਹੈ ਤੇ ਉਹ ਤੇ ਘਾਲਣਾ ਘਾਲਣੀਆਂ ਪੈਂਦੀਆਂ ਨੇ, ਤੇ ਕਿਉਂਕਿ ਉਹ ਸੌਖਾ ਨਹੀਂ ਉਹ ਤੇ ਤੁਰਨਾ ਵੀ, ਕਿਉਂਕਿ ਇਸ ਮਨ ਨੂੰ ਹੋੜਨ ਵਾਸਤੇ, ਇਸ ਮਨ ਨੂੰ ਭਰਮਾਉਣ ਵਾਸਤੇ, ਇਸ ਮਨ ਨੂੰ ਉਸ ਰਾਹ ਤੋਂ ਰੋਕਣ ਵਾਸਤੇ ਸਾਡੇ ਦੁਆਲੇ ਬਹੁਤ ਕੁਝ ਚੱਲ ਰਿਹਾ ਹੈ, ਜਿਹਦੇ ਨਾਲ ਅਸੀਂ ਭੁੱਲ ਜਾਂਦੇ ਹਾਂ। ਉਹ ਚਲਦੇ ਚਲਦੇ ਸਾਡਾ ਰਾਹ ਰੁਕ ਜਾਂਦਾ ਹੈ ਤੇ ਉਹ ਪਰਮਾਰਥ ਦਾ ਸੁੱਖ ਦਿਖਦਾ ਨਹੀਂ, ਇਸ ਕਰਕੇ ਅਸੀਂ ਉਸ ਨੂੰ ਪਛਾਣ ਨਹੀਂ ਪਾਉਂਦੇ। ਬਸ ਇੱਥੇ ਹੀ ਫਰਕ ਪੈ ਜਾਂਦਾ ਸਾਡੀ ਸੋਚਣ ਦੀ ਸ਼ਕਤੀ ਵਿੱਚ, ਸਾਡੇ ਸੋਚਣ ਦੇ ਤਰੀਕੇ ਵਿੱਚ। ਜਦੋਂ ਅਸੀਂ ਪਦਾਰਥਾਂ ਦੇ ਸੁੱਖ ਨੂੰ ਅਸੀਂ ਸੁੱਖ ਦੀ ਇੱਕ ਕਸਵੱਟੀ ਮੰਨ ਲੈਂਦੇ ਹਾਂ, ਉਹ ਸਾਡਾ ਮਾਪਦੰਡ ਬਣ ਜਾਂਦਾ, ਬੈਂਚਮਾਰਕ ਅਸੀਂ ਉਹ ਬਣਾ ਲੈਂਦੇ ਹਾਂ। ਜਦੋਂ ਉਹਨੂੰ ਬੈਂਚਮਾਰਕ ਬਣਾਉਂਦੇ ਹਾਂ ਤੇ ਸਾਨੂੰ ਸਾਰਾ ਕੁਝ ਦੁੱਖ ਦਿਖਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਉਸ ਬੈਂਚਮਾਰਕ ਦੇ ਸਾਹਮਣੇ ਬਾਕੀ ਸਾਰੀਆਂ ਚੀਜ਼ਾਂ, ਕਿਉਂਕਿ ਫਿਰ ਜਿਹੜੀ ਸਰੀਰ ਦੇ ਦੁੱਖ ਨੇ, ਰੋਗ ਲੱਗਣੇ, ਇਹ ਵੀ ਦੁੱਖ ਲੱਗਦੇ ਨੇ। ਮਾਇਆ ਦੀ ਕਮੀ ਹੋ ਗਈ, ਇਹ ਵੀ ਦੁੱਖ ਲੱਗਦਾ ਹੈ। ਹਾਂਜੀ, ਨੌਕਰੀਆਂ ਵਿੱਚ ਅੜਿੱਕੇ ਆਉਣੇ, ਕੰਮ ਕਰਦੇ ਅੜਿੱਕੇ ਆਉਣੇ, ਸੰਸਾਰ ਵਿੱਚ ਵਿਚਰਦੇ ਹਾਂ, ਸਾਡਾ ਜੇ ਅਸੀਂ ਕਿਤੇ ਸਰਕਾਰੀ ਨੌਕਰੀ ਕਰਦੇ ਹਾਂ, ਸਾਡੇ ਜਿਹੜੇ ਸੀਨੀਅਰਸ ਨੇ, ਸਾਡੇ ਆਸ-ਪਾਸ ਜਿਹੜੇ ਨੇ, ਜਿਹੜੇ ਕਰਪਟ ਨੇ, ਉਹ ਸਾਨੂੰ ਤੰਗ ਕਰਦੇ ਆ। ਜੇ ਤੁਸੀਂ ਹੋਰ ਦੁਨਿਆਵੀ ਕਾਰ ਵਿਹਾਰ ਕਰਦੇ ਆ, ਉੱਥੇ ਅੜਿੱਕੇ ਆਉਂਦੇ ਨੇ। ਧਰਮੀ ਬੰਦੇ ਵਾਸਤੇ ਔਖਾ ਹੋ ਜਾਂਦਾ ਹੈ, ਕਿਉਂਕਿ ਸੱਚ ਦਾ ਪਹਿਰਾ ਦੇਣਾ ਬੜਾ ਔਖਾ ਹੈ। ਸਾਰੇ ਪਾਸੇ ਕੂੜ ਦਾ ਪਸਾਰਾ ਹੈਗਾ, ਉੱਥੇ ਤੁਸੀਂ ਇਕੱਲੇ ਜਦੋਂ ਸੱਚ ਦੀ ਗੱਲ ਕਰਦੇ ਹੋ, ਤੁਰਨਾ ਔਖਾ ਹੋ ਜਾਂਦਾ ਹੈ। ਸੋ ਇਸ ਕਰਕੇ ਸਾਨੂੰ ਉਹ ਦੁੱਖ ਬੜੀ ਜਲਦੀ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਬੰਦਾ ਸਵਾਲ ਕਰਦਾ ਹੈ ਵੀ ਕਿਉਂ ਮੇਰੇ ਨਾਲ ਇਸ ਤਰ੍ਹਾਂ ਹੋਇਆ। ਸੋ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ ਵੀ ਸੁੱਖ ਦੁੱਖਾਂ ਦਾ ਮੂਲ ਸੁੱਖਾਂ ਵਿੱਚੋਂ ਹੈ। ਜੋ ਪਰਮਾਰਥ ਦਾ ਸੁੱਖ ਜਦੋਂ ਸਾਡਾ ਛੁੱਟਦਾ ਹੈ, ਉਹ ਸਾਡਾ ਛੁੱਟ ਗਿਆ। ਜਦੋਂ ਅਸੀਂ ਮਾਤਾ ਕੇ ਉਦਰ ਵਿੱਚ ਸੀਗੇ, ਉਦੋਂ ਅਸੀਂ ਸਾਡੀ ਪ੍ਰਤਪਾਲਨਾ ਕਰ ਰਿਹਾ ਸੀਗਾ ਅਕਾਲ ਪੁਰਖ ਵਾਹਿਗੁਰੂ, ਸਾਨੂੰ ਉੱਥੇ ਨਾਮ ਦੇ ਆਸ ਅਸੀਂ ਰਹੇ ਹਾਂ। ਪਰ ਜਦੋਂ ਹੀ ਅਸੀਂ ਬਾਹਰ ਆਏ, ਮਾਇਆ ਦਾ ਸਾਡੇ ਤੇ ਅਸਰ ਹੋਣਾ ਸ਼ੁਰੂ ਹੋਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਦੇ ਪ੍ਰਭਾਵ ਦੇ ਵਿੱਚ ਵਾਹਿਗੁਰੂ ਵਿਸਰ ਗਿਆ ਸਾਨੂੰ, ਤੇ ਸਾਨੂੰ ਸੰਸਾਰ ਦੀ ਮਾਇਆ ਪਾਉਣੀ ਸ਼ੁਰੂ ਹੋ ਗਈ। ਉਹ ਸਾਨੂੰ ਦੁੱਖ ਦੇਣ ਲਈ ਸ਼ੁਰੂ ਕਰ ਦਿੱਤਾ ਤੇ ਸਾਨੂੰ ਉਹੀ ਸਾਨੂੰ ਸੁੱਖ ਲੱਗਣੇ ਸ਼ੁਰੂ ਹੋ ਗਏ। ਸੋ ਉਹ ਸੁੱਖ ਵੀ ਖਤਮ ਹੋਇਆ ਤੇ ਸਾਨੂੰ ਸੰਸਾਰ ਦੇ ਸੁੱਖਾਂ ਦਾ ਸਵਾਦ ਪੈ ਗਿਆ। ਅਸਲ ਸੁੱਖ ਜਿਹੜਾ ਸੀਗਾ, ਜਿਹੜਾ ਅਸੀਂ ਨਾਲ ਮਹਾਰਾਜ ਨੇ ਸਾਨੂੰ ਦਿੱਤਾ ਸੀ, ਅਸੀਂ ਉਹਨੂੰ ਵਿਸਾਰਿਆ ਤੇ ਜਿਹੜਾ ਪਦਾਰਥਾਂ ਦਾ ਸੁੱਖ ਹੈ ਉਹਨੂੰ ਫੜ ਲਿਆ। ਸੋ ਇਹ ਪਦਾਰਥਾਂ ਦਾ ਜਿਹੜਾ ਸੁੱਖ ਹੈ, ਇਹ ਦੁੱਖਾਂ ਦਾ ਮੂਲ ਬਣ ਜਾਂਦਾ ਹੈ, ਕਿਉਂਕਿ ਜਿੱਥੇ ਸੁੱਖ ਗਿਆ ਉੱਥੇ ਦੁੱਖ ਆਪਣੇ ਆਪ ਆ ਗਿਆ। ਔਰ ਪਦਾਰਥਾਂ ਦਾ ਸੁੱਖ ਜਿਹੜੇ ਨੇ, ਇਹ ਦੁੱਖਾਂ ਦੇ ਕਾਰਨ ਬਣਦੇ ਨੇ। ਸੋ ਪਦਾਰਥਾਂ ਦਾ ਸੁੱਖ ਜਿਵੇਂ ਜਿਵੇਂ ਵੱਧਦੇ ਨੇ, ਸਾਨੂੰ ਵੱਧ ਮਿਲਦੇ ਨੇ, ਕਿਸੇ ਪਾਸੇ ਵੀ ਲੈ ਲਈਏ, ਉਹਦੇ ਨਾਲ ਸਾਨੂੰ ਸਹਿਜ ਨਹੀਂ ਆਉਂਦਾ, ਸਾਡੀ ਭਟਕਣਾ ਵੱਧਦੀ ਹੈ, ਹੋਰ ਦੇ ਹੋਰ ਡਿਮਾਂਡ ਹੋਈ ਜਾਂਦੀ ਹੈ। ਜੇ ਕੋਈ ਮਾਇਆ ਇਕੱਠੀ ਕਰਨ ਲੱਗਦਾ ਹੈ ਤੇ ਪਹਿਲਾਂ ਪਹਿਲ ਤਾਂ ਮਿਹਨਤ ਕਰਦਾ ਹੈ, ਹਿੰਮਤ ਕਰਦਾ ਹੈ ਤੇ ਮਾਇਆ ਇਕੱਠੀ ਕਰਦਾ ਹੈ। ਫਿਰ ਕਿਸੇ ਪੁਆਇੰਟ ਤੇ ਜਾ ਕੇ ਉਹਨੂੰ ਕੋਈ ਛੋਟਾ ਜਿਹਾ ਕੰਪਰੋਮਾਈਜ਼ ਕਰ ਲੈਂਦਾ, ਚਲੋ ਕੁਛ ਨਹੀਂ ਹੁੰਦਾ, ਹਨਾ। ਤੇ ਉਹ ਕੰਪਰੋਮਾਈਜ਼, ਛੋਟਾ ਕੰਪਰੋਮਾਈਜ਼ ਵੱਡੇ ਕੰਪਰੋਮਾਈਜ਼ ਬਣਦਾ ਬੰਦਾ ਫਿਰ ਇਸ ਤਰ੍ਹਾਂ ਦੇ ਜਿਹੜੇ ਧਰਮ ਦੇ ਉਲਟ ਜਾ ਕੇ ਵੀ ਮਾਇਆ ਇਕੱਠੀ ਕਰਨ ਵਾਸਤੇ ਕਾਰਜ ਕਰਨ ਲੱਗ ਪੈਂਦਾ। ਤੇ ਉਹ ਜਿਹੜੀ ਮਾਇਆ ਗਲਤ ਤਰੀਕੇ ਨਾਲ ਕਮਾਈ, ਜਿਹੜੀ ਮਾਇਆ ਝੂਠ ਫਰੇਬ ਹੇਰਾ ਫੇਰੀਆਂ ਠੱਗੀਆਂ ਕਰਕੇ ਕਮਾਈ, ਉਹ ਫਿਰ ਸਾਨੂੰ ਤੰਗ ਕਰਦੀ ਹੈ, ਕਿਉਂਕਿ ਉਹ ਤਾਂ ਕੂੜ ਹੈ, ਉਹ ਤਾਂ ਜ਼ਹਿਰ ਹੈ। ਤੇ ਜ਼ਹਿਰ ਜੇ ਸਾਡੇ ਜੀਵਨ ਵਿੱਚ ਆਏਗਾ ਤਾਂ ਲਾਜ਼ਮੀ ਹੈ ਕਿ ਉਹ ਸਾਨੂੰ ਤੰਗ ਕਰੇਗਾ ਤੇ ਸਾਡਾ ਜੀਵਨ ਖਰਾਬ ਕਰੇਗਾ। ਸੋ ਇਸ ਤਰ੍ਹਾਂ ਪਦਾਰਥਾਂ ਦੇ ਦੁੱਖ ਜਿਵੇਂ ਵੱਧਦੇ ਨੇ, ਓਨੇ ਹੀ ਹੋਰ ਉਹ ਦੁਖੀ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਸੁਖ ਮੰਗਤ ਦੁੱਖ ਆਗੇ ਆਵੇ, ਸੋ ਸੁਖ ਹਮੋ ਨਾ ਮੰਗਿਆ ਪਾਵੇ। ਇਹ ਸਾਡੇ ਨਾਲ ਹੁੰਦਾ ਹੈ। ਜਿਹੜਾ ਸੁੱਖ ਮੰਗਦੇ ਆ, ਮਾਇਆ ਦਾ ਸੁੱਖ ਮੰਗਦੇ ਆ ਨਾ, ਉਹਦੇ ਨਾਲ ਸਾਨੂੰ ਦੁੱਖ ਹੀ ਮਿਲਦੇ ਨੇ। ਸੋ ਮੈਂ ਆਪ ਜੀ ਨਾਲ ਇੱਕ ਸ਼ਬਦ ਸ਼ੇਅਰ ਕਰਦਾ, ਇਹ ਆਪਾਂ ਵਿਚਾਰੀਏ ਰਲ ਕੇ ਤੇ ਇਹਨੂੰ ਆਪ ਦੇਖੀਏ ਮਹਾਰਾਜ ਕੀ ਕਹਿੰਦੇ ਸਾਨੂੰ। ਸੋ ਸ਼ਬਦ ਹੈ,
ਵਾਹਿਗੁਰੂ ਜੀ। ਸੋ ਆਪਾਂ ਜੋ ਸ਼ਬਦ ਪੜਿਆ ਸੀਗਾ, ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹਿਲਾ ਨੌਵਾਂ। ਬਿਰਥਾ ਕਹੋ ਕੌਣ ਸਿਉ ਮਨ ਕੀ, ਲੋਭ ਗ੍ਰਸਿਓ ਦਸੋਂ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ। ਸੁਖ ਕੈ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ। ਸੁਖ ਵਾਸਤੇ ਜਿਹੜਾ ਇਹ ਮਾਇਆ ਦਾ ਸੁਖ ਇਕੱਠਾ ਕਰਦੇ ਨਾ, ਇਹਦੇ ਵਾਸਤੇ ਸਾਨੂੰ ਬਹੁਤ ਭਾਂਤੀਆਂ ਸਾਨੂੰ ਆਮ ਜਨਤਾ ਦੇ ਜਾ ਜਾ ਕੇ ਮਿੰਨਤਾਂ ਕਰਨੀਆਂ ਪੈਂਦੀਆਂ ਨੇ, ਦੁੱਖ ਮਿਲਦਾ ਹੈ। ਜੇ ਦੁਆਰ ਹੈ ਦੁਆਰ ਸੁਆਣ ਜੋ ਡੋਲਤ ਨੈ, ਸੁਧ ਰਾਮ ਭਜਨ ਕੀ। ਮਾਨਸ ਜਨਮ ਅਕਾਰਤ ਖੋਤ, ਲਾਜ ਨਾ ਲੋਕ ਹਸਨ ਕੀ। ਨਾਨਕ ਹਰ ਜਸ ਕਿਉ ਨਹੀਂ ਗਾਵਤ, ਕੁਮਤ ਬਿਨਾਸੈ ਤਨ ਕੀ। ਸੋ ਇਥੋਂ ਜਿਹੜਾ ਆਪਾਂ ਇੱਕ ਤੁਕ ਪੜ੍ਹੀ ਹੈ ਨਾ ਪਹਿਲਾਂ, ਲੋਭ ਗ੍ਰਸਿਓ ਦਸੋਂ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਤਾਂ ਇਹ ਕਾਰਨ ਇਹ ਬਣਿਆ ਸੀ, ਲੋਭ ਦੇ ਕਾਰਨ ਅਸੀਂ ਭੱਜੇ ਮਾਇਆ ਇਕੱਠੀ ਕਰਨ ਵਾਸਤੇ। ਸੋ ਇਥੋਂ ਮਹਾਰਾਜ ਸਾਨੂੰ ਸੇਧ ਬਖਸ਼ਦੇ ਨੇ, ਜਿੰਨੇ ਵੀ ਸਾਡੇ ਦੁੱਖਾਂ ਦਾ ਮੂਲ ਹੈ ਨਾ, ਉਹ ਉਹਨਾਂ ਦਾ ਕਾਰਨ ਜਿਹੜਾ ਹੈਗਾ ਪਦਾਰਥਾਂ ਦੇ ਜਿਹੜੀ ਸੁੱਖਾਂ ਦੀ ਇੱਛਾ ਹੈ, ਉਹਦੇ ਪਿੱਛੇ ਸਾਡੇ ਜਿਹੜੇ 5 ਵਿਕਾਰ ਨੇ, ਉਹ ਸਾਨੂੰ ਤੰਗ ਕਰਦੇ ਨੇ। ਮਹਾਰਾਜ ਸ਼ਬਦ ਬਖਸ਼ਦੇ ਨੇ, ਪੰਜ ਬਿਖਾਦੀ ਏਕ ਗਰੀਬਾ, ਰਾਖੋ ਰਾਖਨ ਹਾਰੇ। ਖੇਦ ਕਰੇ ਅਰ ਬਹੁਤ ਸੰਤਾਵੈ, ਆਇਓ ਸ਼ਰਨ ਤੁਹਾਰੇ। ਸੋ ਇਹ ਜਿਹੜੇ 5 ਬਿਖਾਦੀ ਨੇ, ਤੰਗ ਕਰਦੇ ਨੇ ਸਾਨੂੰ, ਸੰਤਾਉਂਦੇ ਨੇ। ਹਾਂਜੀ, ਇਹ ਜਦੋਂ ਸੰਤਾਪ ਸਾਡੇ ਅੰਦਰ ਹੋਏਗਾ ਤਾਂ ਓਬਵੀਅਸ ਹੈਗਾ ਉਹਦੇ ਨਾਲ ਦੁੱਖ ਵੀ ਆਏਗਾ। ਸੋ ਇਹ ਇਸ ਤਰ੍ਹਾਂ ਕਰਕੇ ਜਿਹੜੇ ਇਹ ਹਰ ਦੁੱਖ ਦੇ ਪਿੱਛੇ ਸਾਡੇ, ਹਰ ਜਿਹੜੀ ਮਾਇਆ ਦੇ ਕਾਰਨ ਪਦਾਰਥਾਂ ਦੇ ਸੁੱਖਾਂ ਦੇ ਪਿੱਛੇ ਦੌੜਨ ਕਰਕੇ ਜਿਹੜਾ ਅਸੀਂ ਦੌੜਦੇ ਹਾਂ, ਉਹਦੇ ਪਿੱਛੇ ਸਾਡੇ ਇਹ 5 ਵਿਕਾਰਾਂ ਦਾ ਕਾਰਨ ਬਣਦੇ ਨੇ। ਮਹਾਰਾਜ ਕਹਿੰਦੇ ਨੇ, ਕਾਮ ਕ੍ਰੋਧ ਕਾਇਆ ਕੋ ਗਾਲ ਹੈ, ਜੋ ਕੰਚਨ ਸੁਹਾਗਾ ਢਾਲ ਹੈ। ਕਾਮ ਕ੍ਰੋਧ ਕਾਇਆ ਕੋ ਗਾਲ ਹੈ। ਸੋ ਇਹ ਵਿਕਾਰ, ਇਹਨਾਂ ਦੇ ਪਿੱਛੇ ਜਦੋਂ ਬੰਦਾ ਭਜਦਾ, ਇਹਨਾਂ ਦੇ ਵੱਸ ਹੋ ਕੇ ਜਦੋਂ ਦੌੜਦਾ, ਤੇ ਹੋਰ ਦੁੱਖ ਮਿਲਦੇ ਨੇ। ਸੋ ਇਹਦੇ ਵਿੱਚ ਬੜੀ ਪਿਆਰੀ ਸਾਖੀ ਭਾਈ ਪ੍ਰੇਮਾ ਜੀ ਦੀ ਆਪਾਂ ਸੁਣਦੇ ਹਾਂ, ਮੱਥੋ ਮੁਰਾਰੀ ਜੀ ਦੀ। ਪ੍ਰੇਮਾ ਇੱਕ ਨੌਜਵਾਨ ਬੱਚਾ, ਬੜੇ ਹੀ ਸਰਦੇ ਪੁਰਦੇ ਪਰਿਵਾਰ ਦਾ ਬੱਚਾ ਸੀਗਾ, ਲਾਹੌਰ ਵਿੱਚ ਰਹਿੰਦਾ ਸੀ। ਬੜੀ ਮਾਇਆ ਸੀ, ਮਾਪਿਆਂ ਨੇ ਵੀ ਬੜਾ ਸੁੱਖ ਦਿੱਤਾ ਉਹਨੂੰ, ਹਰ ਪ੍ਰਕਾਰ ਦੀ ਉਹਦੀਆਂ ਖੁਸ਼ੀਆਂ ਵਾਸਤੇ ਉਹਨੂੰ ਮਾਇਆ ਦਿੱਤੀ। ਤੇ ਉਹ ਉਹਦੇ ਨਾਲ ਇੱਥੇ ਸਾਨੂੰ ਇਹ ਵੀ ਸੁਨੇਹਾ ਮਿਲਦਾ ਵੀ ਬੱਚਿਆਂ ਨੂੰ ਕਿੰਨੇ ਆਪਾਂ ਸੁੱਖ ਦੇਣੇ ਨੇ, ਕਿੰਨੇ ਹਿਸਾਬ ਨਾਲ ਸੁੱਖ ਦੇਣੇ ਨੇ। ਉਹਨਾਂ ਦੀ ਲੋੜ ਤੋਂ ਵੱਧ ਜਦੋਂ ਆਪਾਂ ਸੁੱਖ ਦਿੰਦੇ ਹਾਂ, ਹਾਂਜੀ, ਮਾਇਆ ਦੇ ਨਾਲ ਉਹਨਾਂ ਦੀ ਲੋੜਾਂ ਪੂਰੇ ਕਰਦੇ ਹਾਂ, ਤੇ ਉਹਨਾਂ ਦੇ ਵਿੱਚ ਭਟਕਣਾ, ਸਮੇਂ ਤੋਂ ਪਹਿਲੇ ਉਹਨਾਂ ਦੀਆਂ ਆਸਾਵਾਂ ਵੱਧ ਜਾਣੀਆਂ, ਤੇ ਇਹ ਸਵਾਦ ਪੈ ਜਾਣੇ, ਇਹ ਉਹਨਾਂ ਨੂੰ ਗਰਕ ਕਰਨ ਦੇ ਨਾਲ ਲੈ ਜਾਂਦੇ। ਤੇ ਇਸ ਬੱਚੇ ਦੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ। ਬਹੁਤ ਜ਼ਿਆਦਾ ਧਨ ਔਰ ਹਰ ਲੋੜ ਉਹਦੀ, ਹਰ ਡਿਮਾਂਡ ਉਹਦੀ ਪੂਰੀ ਹੁੰਦੀ ਸੀ, ਤੇ ਪੈਸਾ ਬਹੁਤ ਸੀਗਾ, ਇਸ ਕਰਕੇ ਆਸ-ਪਾਸ ਦੋਸਤ ਮਿੱਤਰਾਂ ਦੀ ਵੀ ਇੱਕ ਜੁੰਡਲੀ ਤੁਰਦੀ ਸੀ ਨਾਲ, ਕਿਉਂਕਿ ਉਹਨਾਂ ਨੂੰ ਖਾਣ ਪੀਣ ਨੂੰ ਸਭ ਕੁਛ ਮਿਲਦਾ ਸੀ। ਸਮਾਂ ਬੀਤਿਆ ਤੇ ਉਹਦੇ ਮਾਤਾ ਪਿਤਾ ਵੀ ਸਵਰਗਵਾਸ ਹੋ ਗਏ। ਹੁਣ ਸਾਰਾ ਧਨ ਉਹਦੇ ਕੋਲ, ਨਾ ਕੋਈ ਰੋਕਣ ਵਾਲਾ, ਨਾ ਕੋਈ ਟੋਕਣ ਵਾਲਾ, ਤੇ ਉਹਨੇ ਸਾਰਾ ਪੈਸਾ ਐਸ਼ਵਰਜ ਚ ਜ਼ਰੂਰ ਲੁਟਾਇਆ। ਹਾਂਜੀ, ਵਿਚਾਰੀ ਵੀ ਹੋਇਆ, ਹਰ ਤਰੀਕੇ ਦਾ ਜੋ ਖਾਣਾ ਨਹੀਂ ਖਾਣਾ ਉਹ ਵੀ ਖਾਧਾ, ਜਿਹੜੇ ਵਿਚਾਰ ਹੁੰਦੇ ਸੀ ਉਹਨਾਂ ਵਿੱਚ ਵੀ ਗਿਆ, ਵੇਸ਼ਵਾ ਗਵਨ ਵੀ ਕੀਤਾ, ਹਰ ਪ੍ਰਕਾਰ ਦੇ ਉਹਨੇ ਜਿਹੜੇ ਸੀਗੇ ਵਿਕਾਰਾਂ ਦੇ ਵਿੱਚੋਂ ਕਰਸੇ ਗਿਆ। ਇਹਦੇ ਨਾਲ ਹੌਲੀ 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 ਇੱਕ ਤਾਂ ਧਨ ਸਾਰਾ ਮੁੱਕ ਗਿਆ, ਤੇ ਕਿਉਂਕਿ ਵਿਕਾਰਾਂ ਵਿੱਚ ਸੀਗਾ, ਤੇ ਉਹਦੇ ਨਾਲ ਕਾਮ ਕ੍ਰੋਧ ਕਾਇਆ ਕੋ ਗਾਲ ਹੈ, ਜਿਹੜਾ ਕਾਮ ਸੀਗਾ ਉਹਨੇ ਉਹਦੇ ਕਾਇਆ ਨੂੰ ਗਾਲਣਾ ਸ਼ੁਰੂ ਕਰਤਾ। ਕੋਈ ਬਹੁਤ ਭੈੜਾ ਰੋਗ ਲੱਗਿਆ, ਕੋੜੀ ਹੋ ਗਿਆ। ਹੁਣ ਸਾਰੇ ਸਾਥ ਛੱਡ ਗਏ, ਕੋਈ ਪੈਸਾ ਵੀ ਕੋਲ ਨਹੀਂ ਸੀ, ਸਾਇਆ ਲੁਟਾ ਦਿੱਤਾ, ਤੇ ਹੁਣ ਸਰੀਰ ਵੀ ਗਲ ਗਿਆ, ਬਦਬੂ ਮਾਰਨ ਲੱਗ ਪਿਆ, ਤੇ ਉਹਨਾਂ ਨੇ ਸਾਰੇ ਨੇ ਸਾਥ ਛੱਡ ਦਿੱਤਾ। ਹੁਣ ਰੋਵੇ ਤਾਂ ਹਾਂ ਮਾਰੇ, ਉਹਨਾਂ ਕੋਈ ਹਾਲ ਨਾ ਪੁੱਛੇ, ਤੇ ਜੋ ਕੋਈ ਸੁੱਟ ਜਾਵੇ ਰੋਟੀ ਟੁੱਕ ਨੂੰ ਸੁੱਟ ਕੇ ਚਲੇ ਜਾਵੇ, ਰੋਵੇ ਮੈਂ ਤਾਂ ਜ਼ਿੰਦਗੀ ਖਰਾਬ ਕਰ ਲਈ, ਤੇ ਲਾਹੌਰ ਦੀ ਗਲੀਆਂ ਵਿੱਚ ਸਾਈਡ ਤੇ ਪਿਆ ਰਿਹਾ ਕਰੇ। ਤੇ ਕਿਸੇ ਨੇ ਕਿਹਾ ਵੀ ਉਹ ਰੋਵੇ, ਮੈਂ ਕਿਵੇਂ ਬਚ ਸਕਦਾ, ਮੇਰੀ ਜ਼ਿੰਦਗੀ ਖਤਮ ਹੋ ਰਹੀ ਹੈ, ਕੋਈ ਲੋਕਾਂ ਨੂੰ ਪੁੱਛੇ, ਮੈਨੂੰ ਬਚਾਓ ਕੋਈ। ਕਿਸੇ ਨੇ ਕਿਹਾ ਵੀ ਤੈਨੂੰ ਬਚਣ ਦਾ ਇੱਕੋ ਰਾਹ ਹੈ, ਕਿਸੇ ਮਹਾਂਪੁਰਸ਼ਾਂ ਦੇ ਚਰਨੀ ਲੱਗ ਜਾ, ਤੇ ਤੇਰਾ ਪਾਰ ਉਤਾਰਾ ਹੋ ਸਕਦਾ ਹੈ, ਨਹੀਂ ਤਾਂ ਤੇਰਾ ਖਤਮ ਹੈ, ਜਿੰਨੇ ਤੂੰ ਪਾਪ ਕਮਾਏ ਨੇ, ਇਹ ਪਾਪਾਂ ਦਾ ਤੂੰ ਭਾਗੀ ਹੋ ਰਿਹਾ। ਤੇ ਉਹਨੇ ਬੈਠੇ ਆਂਦੇ ਜਾਂਦੇ ਨੂੰ ਕਹਿਣਾ, ਮੈਨੂੰ ਕਿਸੇ ਮਹਾਂਪੁਰਸ਼ ਦੇ ਲੜ ਲਾ ਦਿਓ। ਕਾਬਲ ਤੋਂ ਸਿੱਖਾਂ ਦੀ ਸੰਗਤ ਜਿਹੜੀ ਸੀਗੀ, ਉਹ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਨੂੰ ਜਾ ਰਹੀ ਸੀ। ਜਦੋਂ ਲਾਹੌਰ ਲੰਘੇ ਤੇ ਉਹਦੇ ਕੀਰ ਨੇ ਉਹਦੇ ਰੋਣੇ ਸੁਣੇ, ਤਰਸ ਆ ਗਿਆ। ਸੋ ਇਹ ਹੈ ਗੁਰਸਿੱਖਾਂ ਦੀ ਜਿਹੜੀ ਚਾਲ ਨਿਰਾਲੀ, ਹਨਾ। ਉਹਨਾਂ ਆਮ ਜੇ ਦੇਖੀਏ ਤੇ ਉਹ ਕੋੜੀ ਦੇ ਕੋਲ ਲਾਗੇ ਨਹੀਂ ਜਾਂਦਾ ਸੀ, ਕਿ ਉਹਨੂੰ ਕੋਈ ਕਿਸੇ ਪ੍ਰਕਾਰ ਦੀ ਉਹਦੀ ਕੋਈ ਸਹਾਇਤਾ ਕਰਨ ਨੂੰ ਤਿਆਰ ਨਹੀਂ ਸੀ, ਸਰੀਰ ਬਦਬੂ ਮਾਰਦਾ ਸੀ। ਪਰ ਸਿੱਖ
ਉਹਨਾਂ ਵਿੱਚ ਮਹਾਰਾਜ ਨੇ ਇਹ ਗੁਣ ਦਿਆਲਤਾ ਦਾ ਗੁਣ ਭਰਿਆ ਹੋਇਆ ਸੀਗਾ। ਉਹਨਾਂ ਨੇ ਉਹ ਤੇ ਤਰਸ ਆਇਆ, ਕਿਉਂਕਿ ਉਹ ਵਾਜਾ ਮਾਰਿਆ ਸੀ, ਮੈਨੂੰ ਕਿਸੇ ਮਹਾਂਪੁਰਸ਼ ਦੇ ਚਰਨੀ ਲਾ ਦਿਓ, ਕਿਸੇ ਰੱਬ ਦੇ ਰਾਹ ਮੈਨੂੰ ਪਾ ਦਿਓ, ਮੇਰੇ ਪਾਪਾਂ ਦਾ ਜਿਹੜਾ ਮੈਂ ਪਾਪਾਂ ਦਾ ਘੜਾ ਭਰਿਆ ਉਹ ਮੇਰਾ ਕਿਤੇ ਖਤਮ ਹੋਵੇ, ਮੇਰੇ ਪਾਪਾਂ ਦਾ ਮੈਂ ਪ੍ਰਾਸ਼ਚਿਤ ਕਰਾਂ ਤੇ ਮੇਰੀ ਜ਼ਿੰਦਗੀ ਸਵਰੇ। ਤੇ ਉਹਨਾਂ ਨੇ ਉਹਦੀ ਆਵਾਜ਼ ਸੁਣੀ, ਪੁਕਾਰ ਸੁਣੀ, ਇੱਕ ਗੱਡਾ ਖਾਲੀ ਕਰਕੇ ਉਹਦੇ ਚ ਉਹਨੂੰ ਪਾਇਆ ਤੇ ਲੈ ਕੇ ਗੋਇੰਦਵਾਲ ਸਾਹਿਬ ਪਹੁੰਚ ਗਏ। ਪਰ ਕਿਉਂਕਿ ਉਹਦਾ ਸਰੀਰ ਗਲਿਆ ਹੋਇਆ ਸੀ ਤੇ ਦਰਬਾਰ ਵਿੱਚ ਲੈ ਕੇ ਜਾਣਾ ਠੀਕ ਨਹੀਂ ਸੀ, ਤੇ ਉਹਨੂੰ ਉਹਨਾਂ ਨੇ ਗੁਰੂ ਦਰਬਾਰ ਤੋਂ ਥੋੜਾ ਜਿਹਾ ਅਗਾਂਹ ਰਾਹ ਵਿੱਚ ਇੱਕ ਦਰਖਤ ਦੇ ਥੱਲੇ ਉਹਨੂੰ ਬਿਠਾਤਾ। ਆਉਂਦੀ ਜਾਂਦੀ ਸੰਗਤ ਉੱਥੇ ਉਹਨੂੰ ਪ੍ਰਸ਼ਾਦਾ ਦੇ ਦਿੰਦੀ ਸੀ, ਉੱਥੇ ਬੈਠਾ ਗੁਰੂ ਦਰਬਾਰ ਤੇ ਉਹਨੇ ਬੈਠੇ ਹੋਣੇ ਆਵਾਜ਼ਾਂ ਮਾਰੀ ਜਾਣੀਆਂ, ਤੇ ਕਈ ਵਾਰ ਬੈਰਾਗ ਵਿੱਚ ਆ ਕੇ ਉੱਚੀ ਉੱਚੀ ਕੁਛ ਵੀ ਗਾਣਾ ਸ਼ੁਰੂ ਕਰ ਦੇਣਾ। ਇਸ ਤਰ੍ਹਾਂ ਇੱਕ ਵਾਰ ਬਹੁਤ ਬੈਰਾਗ ਵਿੱਚ ਆਇਆ ਤੇ ਬਹੁਤ ਉੱਚੀ ਉੱਚੀ ਗਾਣ ਲੱਗ ਪਿਆ। ਜਦੋਂ ਉੱਚੀ ਗਾਇਆ ਤੇ ਦਰਬਾਰ ਵਿੱਚ, ਗੁਰੂ ਦਰਬਾਰ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਵਾਜ਼ ਸੁਣੀ ਤੇ ਜਾਣੀ ਜਾਣ ਸਤਿਗੁਰੂ ਜੀ ਉਡੀਕ ਰਹੇ ਸੀਗੇ ਇਹ ਕਦੋਂ ਇਹਦਾ ਪੂਰਾ ਦਰਵੇ, ਕਦੋਂ ਇਹ ਉਸ ਭਾਂਡਾ ਤਿਆਰ ਹੋਏਗਾ ਤੇ ਇਹਦੇ ਵਿੱਚ ਉਹਨੂੰ ਵਸਤੂ ਦਿੱਤੀ ਜਾਏਗੀ। ਉਹ ਜਦੋਂ ਪੂਰਾ ਪ੍ਰਾਸ਼ਚਿਤ ਕਰਕੇ ਆਪਣਾ ਮਨ ਉਹਦਾ ਦਰਵਿਆ ਹੋਇਆ ਸੀਗਾ, ਪੂਰੇ ਬੈਰਾਗ ਵਿੱਚ ਸੀਗਾ, ਤੇ ਉਹ ਮਹਾਰਾਜ ਨੇ ਕਿਹਾ ਸਿੱਖਾਂ ਨੂੰ ਵੀ ਕੌਣ ਇਹ ਬੋਲਦਾ ਹੈ, ਕਿਹਦੀ ਆਵਾਜ਼ ਆਉਂਦੀ? ਕਹਿੰਦੇ ਜੀ ਪ੍ਰੇਮਾ ਕੋੜੀ ਹੈ, ਤੇ ਉਹਨੂੰ ਲਾਹੌਰ ਤੋਂ ਲਿਆਏ ਹੈ, ਉੱਥੇ ਬੈਠਾ ਹੈ, ਤੇ ਸਰੀਰ ਉਹਦਾ ਗਲਿਆ ਹੈ, ਕਸ਼ਟ ਵਿੱਚ ਹੈ, ਰੋ ਰਿਹਾ ਹੈ, ਪੁਕਾਰ ਰਿਹਾ ਹੈ। ਤੇ ਗੁਰੂ ਸਾਹਿਬ ਨੇ ਕਿਹਾ, ਸਿੱਖਾਂ ਨੂੰ ਹੁਕਮ ਕੀਤਾ ਵੀ ਜਾਓ ਉਹਨੂੰ ਲਓ ਤੇ ਜਾ ਕੇ ਬੌਲੀ ਚ ਉਹਨੂੰ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਾਓ ਤੇ ਫਿਰ ਲੈ ਕੇ ਆਓ ਮੇਰੇ। ਗੁਰੂ ਮਹਾਰਾਜ ਦੇ ਹੁਕਮ ਨਾਲ ਸਿੱਖਾਂ ਨੇ ਉਹਦਾ ਇਸ਼ਨਾਨ ਕਰਾਇਆ ਬੌਲੀ ਸਾਹਿਬ ਵਿੱਚ, ਤੇ ਮਹਾਰਾਜ ਦੀ ਦਿਵ ਦ੍ਰਿਸ਼ਟੀ ਹੋਈ, ਕਿਰਪਾ ਦ੍ਰਿਸ਼ਟੀ ਹੋਈ, ਤੇ ਉਹਦੇ ਸਾਰੇ ਰੋਗ ਖਤਮ ਹੋ ਗਏ। ਨਵਾਂ ਨਰੋਆ ਸਰੀਰ ਨਿਕਲਿਆ, ਉਹਨੂੰ ਲਾਲ ਸੋਹਣੇ ਕੱਪੜਿਆਂ ਵਿੱਚ ਲਪੇਟ ਕੇ ਤੇ ਗੁਰੂ ਦਰਬਾਰ ਵਿੱਚ ਹਾਜ਼ਰ ਕੀਤਾ। ਤੇ ਮਹਾਰਾਜ ਬੜੇ ਪ੍ਰਸੰਨ ਹੋਏ ਉਹਨੂੰ ਦੇਖ ਕੇ, ਇਹਦਾ ਨਰੋਆ ਸਰੀਰ, ਸਾਰੇ ਰੋਗ ਕੱਟੇ ਗਏ, ਕੋੜ ਖਤਮ ਹੋ ਗਿਆ। ਨਰੋਏ ਸਰੀਰ ਨੂੰ ਦੇਖ ਕੇ ਮਹਾਰਾਜ ਹੱਸੇ ਤੇ ਕਹਿੰਦੇ ਲੈ ਤੂੰ ਤਾਂ ਮੁਰਾਰੀ ਹੈ, ਤੇ ਉਹਦਾ ਨਾਮ ਮੁਰਾਰੀ ਰੱਖ ਦਿੱਤਾ, ਤੇ ਉਹਨੂੰ ਕਹਿ ਤੂੰ ਰਹਿ। ਉਹਨੂੰ ਫਿਰ ਮਹਾਰਾਜ ਦੇ ਦਰਬਾਰ ਵਿੱਚ ਉਹਨੇ ਸੇਵਾ ਕਰਨੀ ਸ਼ੁਰੂ ਕਰਤੀ, ਬੰਦਗੀ ਕਰਿਆ ਕਰੇ, ਤੇ ਸੋਹਣਾ ਸਰੀਰ, ਨੌਜਵਾਨ ਸੀ। ਤੇ ਮਹਾਰਾਜ ਨੇ ਕਿਹਾ ਵੀ ਇਹਦਾ ਹੁਣ ਇਹ ਜੋ ਉਮਰ ਹੈ ਇਹਦੇ ਵਿੱਚ ਇਹਨੂੰ ਹੁਣ ਅੱਗੋਂ ਹੋਰ ਵਿਕਾਰਾਂ ਤੋਂ ਬਚਾਉਣਾ ਹੈ। ਤੇ ਮਹਾਰਾਜ ਨੇ ਇੱਕ ਭਰੇ ਦਰਬਾਰ ਵਿੱਚ ਹੁਕਮ ਕੀਤਾ ਵੀ ਮੁਰਾਰੀ ਦਾ ਅਸੀਂ ਆਨੰਦ ਕਾਰਜ ਕਰਨਾ, ਕੋਈ ਹੈ ਜੋ ਆਪਣੀ ਧੀ ਇਸ ਬੱਚੇ ਨੂੰ ਦੇ। ਤੇ ਉਹਦੇ ਵਿੱਚ ਗੁਰੂ ਕੇ ਸਿੱਖ ਸਿੰਘਾਂ ਕੋਲ ਜੀ ਬੈਠੇ ਸੀਗੇ, ਤੇ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮੇਰੀ ਧੀ ਵਿਆਹ ਦੀ ਉਮਰ ਨੂੰ ਟੁਕੀ ਹੈ, ਤੇ ਆਪ ਜੀ ਨੂੰ ਪ੍ਰਵਾਨ ਹੋਵੇ ਤਾਂ ਉਹਦਾ ਇਹਦੇ ਨਾਲ ਸੰਜੋਗ ਕਰ ਦਿਓ। ਤੇ ਮਹਾਰਾਜ ਨੇ ਪ੍ਰਵਾਨ ਕੀਤਾ। ਹੁਣ ਉਹ ਰੌਲਾ ਪਿਆ, ਤੇ ਉਹਦੀ ਜਿਹਦੀ ਸਿੰਘਾਂ ਜੀ ਦੀ ਜਿਹੜੀ ਪਤਨੀ ਸੀਗੀ, ਉਹਨਾਂ ਨੂੰ ਲੋਕਾਂ ਨੇ ਜਾ ਕੇ ਚੱਕਿਆ ਵੀ ਕੋੜੀ ਜਿਹਦਾ ਨਾ ਅੱਗਾ ਨਾ ਪਿੱਛਾ, ਉਹਦੇ ਨਾਲ ਤੇਰੀ ਧੀ ਵਿਆਹੁਣ ਲੱਗੇ ਆ। ਤੇ ਉਹ ਦਰਬਾਰ ਜਾ ਕੇ ਮਹਾਰਾਜ ਨੂੰ ਉਹਨੇ ਲਾਮਾ ਦਿੱਤਾ, ਮਹਾਰਾਜ ਇਹ ਜਿਹਦਾ ਅੱਗਾ ਨਹੀਂ ਪਿੱਛਾ ਨਹੀਂ, ਕੋਈ ਜਾਤ ਨਹੀਂ, ਪਤਾ ਨਹੀਂ ਕੌਣ ਹੈ, ਕਿੱਥੋਂ ਆਇਆ ਹੈ, ਤੇ ਉਹਦੇ ਨਾਲ ਤੁਸੀਂ ਮੇਰੀ ਧੀ ਨੂੰ ਵਿਆਹਣ ਲੱਗੇ ਹੋ, ਤੇ ਐਵੇਂ ਤਾਂ ਨਹੀਂ ਕਿਸੇ ਨੂੰ ਤੋਰੀ ਜਾ ਸਕਦੀ। ਤੇ ਮਹਾਰਾਜ ਦੇਖੋ ਕਿੰਨੇ ਦਿਆਲਤਾ ਦੇ ਦਰਸੇ, ਕਹਿੰਦੇ ਇਹ ਮੇਰਾ ਹੀ ਪੁੱਤਰ ਹੈਗਾ। ਐਨੀ ਕਿਰਪਾ ਮਹਾਰਾਜ ਨੇ ਕੀਤੀ, ਤੇ ਉਸ ਬੱਚੀ ਦਾ ਨਾਮ ਮੱਥੋ ਸੀ। ਮੱਥੋ ਦਾ ਮੁਰਾਰੀ ਨਾਲ ਆਨੰਦ ਕਾਰਜ ਹੋਇਆ। ਤੇ ਉਸ ਤੋਂ ਬਾਅਦ ਫਿਰ ਮਹਾਰਾਜ ਜਦੋਂ ਮੰਜੀਆਂ ਸੌਂਪੀਆਂ, ਤੇ ਮੱਥੋ ਮੁਰਾਰੀ ਇਹਨਾਂ ਦੋਹਾਂ ਨੂੰ ਮਹਾਰਾਜ ਨੇ ਇੱਕ ਮੰਜੀ ਦਿੱਤੀ ਲਾਹੌਰ ਦੇ ਇਲਾਕੇ ਦੀ। ਸੋ ਆਪਾਂ ਇਹ ਵੀ ਧਿਆਨ ਰੱਖੀਏ ਵੀ ਜਿਹੜਾ ਅਸੀਂ ਘਿਰਣਾ ਨਹੀਂ ਕਰਨੀ ਕਿਸੇ ਦੇ ਨਾਲ। ਸੋ ਇੱਕ ਤਾਂ ਕੋੜੀ ਸੀਗਾ, ਸਿੱਖਾਂ ਦੇ ਵਿੱਚ ਮਹਾਰਾਜ ਨੇ ਗੁਣ ਬਖਸ਼ਿਆ ਹੈ ਸੇਵਾ ਦਾ ਭਾਵਨਾ। ਅੱਜ ਸਾਰੇ ਸੰਸਾਰ ਵਿੱਚ ਸਿੱਖ ਜਿਹੜੇ ਨੇ ਉਤਰੇ ਹੋਏ ਨੇ ਸੇਵਾ ਵਾਸਤੇ, ਇਹ ਸੇਵਾ ਦਾ ਗੁਣ ਅਸੀਂ ਨਹੀਂ ਛੱਡਣਾ। ਦੂਜਾ, ਕਿਸੇ ਦੇ ਔਗਣ ਦੇਖ ਕੇ, ਕਿਸੇ ਨੂੰ ਗਰਕ ਹੋਇਆ ਦੇਖ ਕੇ ਮਨ ਵਿੱਚ ਘਿਰਣਾ ਨਹੀਂ ਲਿਆਉਣੀ, ਇਹ ਸਿੱਖ ਦਾ ਕਰਮ ਹੈਗਾ। ਦਿਆਲਤਾ ਦਾ ਸਾਨੂੰ ਮਹਾਰਾਜ ਨੇ ਇੱਕ ਹੁਕਮ ਦਿੱਤਾ ਹੈਗਾ, ਸਾਡੇ ਵਿੱਚ ਗੁਣ ਪਾਇਆ। ਸਾਨੂੰ ਕਿਸੇ ਦੀ ਤਰਸਯੋਗ ਹਾਲਤ ਦੇਖ ਕੇ ਉਹਦੇ ਤਰਸ ਆਵੇ, ਉਹਦੇ ਦਿਆਲਤਾ ਆਵੇ, ਉਹਦੇ ਵਾਸਤੇ ਅਰਦਾਸ ਕਰੀਏ। ਜੇ ਕੁਛ ਨਾ ਕਰ ਸਕੀਏ ਤਾਂ ਘੱਟੋ ਘੱਟ ਅਰਦਾਸ ਜ਼ਰੂਰ ਕਰੀਏ ਉਹਦੇ ਵਾਸਤੇ। ਇਹ ਮਹਾਰਾਜ ਨੇ ਇਸ ਸਾਖੀ ਤੋਂ ਸਾਨੂੰ ਇਹ ਵੀ ਗੁਣ ਮਿਲਦਾ ਹੈ। ਸੋ ਕਿਉਂਕਿ ਪਤਾ ਨਹੀਂ ਮਹਾਰਾਜ ਦੀ ਕਿਰਪਾ ਕਦੋਂ ਕਿਸ ਤੇ ਹੋ ਜਾਏ, ਕਦੋਂ ਅੰਧਕੂਰ ਨਰਕ ਮੈਂ ਗਰਤ ਤੇ ਕਾਢੇ ਦੇ ਹਾਥੇ। ਮਹਾਰਾਜ ਦੀ ਇਹ ਕਿਰਪਾ ਹੈਗੀ ਹੈ। ਬਹੁਤ ਗਿਰਿਆ ਹੋਇਆ ਇਨਸਾਨ ਜਿਹੜਾ ਕਿਸੇ ਵੀ ਉਮੀਦ ਨਾ ਹੋਵੇ, ਵਿਕਾਰਾਂ ਵਿੱਚ ਬਚਿਆ, ਉਹ ਵੀ ਕਿਸੇ ਵੇਲੇ ਮਹਾਰਾਜ ਕਦੋਂ ਪੂਰ ਅੰਕੁਰ ਜਾਂ ਪ੍ਰਗਟਿਓ ਭੇਟਿਓ ਪੁਰਖ ਸਕਦਾ ਕੀ ਕਿਰਪਾ ਕਰ ਦਿੰਦੇ ਮਹਾਰਾਜ। ਪਤਾ ਨਹੀਂ ਕਦੋਂ ਕਿਸ ਤੇ ਕਿਰਪਾ ਦ੍ਰਿਸ਼ਟੀ ਹੋ ਜਾਏ। ਤੇ ਸਾਡੇ ਸਾਹਮਣੇ ਤੁਸੀਂ ਆਪਣੇ ਜੀਵਨ ਵਿੱਚ ਵੀ ਦੇਖਦੇ ਹੋਗੇ, ਮੈਂ ਵੀ ਬੜੇ ਵਾਰ ਦੇਖਿਆ ਵੀ ਕਈ ਸੱਜਣ ਜਿਨ੍ਹਾਂ ਨੂੰ ਮੈਂ ਦੇਖਿਆ ਕਿਸੇ ਵੇਲੇ
ਧਰਮ ਦਾ ਕੁਝ ਪਤਾ ਨਹੀਂ ਸੀਗਾ, ਧਰਮ ਕਰਨ ਦੇ ਬਾਰੇ ਪਤਾ ਨਹੀਂ ਸੀ। ਹਰ ਪ੍ਰਕਾਰ ਦੇ ਐਬ ਉਹਨਾਂ ਵਿੱਚ, ਜਦੋਂ ਮਹਾਰਾਜ ਦੀ ਕਿਰਪਾ ਹੋਈ, ਇੰਨੀਆਂ ਉਹਨਾਂ ਦੇ ਪਰਮਾਰ ਦੇ ਮਾਰਗ ਤੇ ਪੁਲਾਂਘਾਂ ਪੱਟੀਆਂ, ਉਹ ਪੁੱਜੇ ਪੁਗੇ ਨਾਮ ਦੇ ਰਸਤੇ ਵਿੱਚ ਰਸੇ ਗਏ, ਹਾਂਜੀ, ਬਾਣੀ ਦੇ ਵਿੱਚ ਰਸੇ ਗਏ। ਇਸ ਤਰ੍ਹਾਂ ਦੀ ਕਿਰਪਾ ਮਹਾਰਾਜ ਕਰਦੇ ਨੇ। ਸੋ ਇਹ ਵੀ ਆਪਾਂ ਇਸ ਸਾਖੀ ਤੋਂ ਗੁਣ ਲੈਣਾ ਹੈ ਵੀ ਕਦੇ ਵੀ ਕਿਸੇ ਨੂੰ ਇਹ ਸੋਚ ਕੇ ਵੀ ਇਹ ਧਰਮ ਵਿੱਚ ਨਹੀਂ ਹੈ, ਇਹ ਕੁਕਰਮੀ ਹੈ, ਇਹ ਅਧਰਮੀ ਹੈ, ਇਹ ਪਾਪੀ ਹੈ, ਇਹ ਮਹਾਰਾਜ ਕਹਿੰਦੇ ਵੀ ਸਾਨੂੰ ਇਸ ਤਰ੍ਹਾਂ ਦਾ ਕਦੇ ਮਨ ਵਿੱਚ ਵਿਚਾਰ ਵੀ ਨਹੀਂ ਆਉਣਾ ਚਾਹੀਦਾ। ਕਿਉਂਕਿ ਇੱਕ ਆਪਾਂ ਨਾ ਮਹਾਰਾਜ ਦੇ ਹੁਕਮ ਆਉਂਦਾ ਹੈ, ਲੋਗ ਅਵਗੁਣਾ ਕੀ ਮੰਨੈ ਕੰਠੜੀ, ਗੁਣ ਨਾ ਵਿਹਾਜੈ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਕੋਏ। ਮਹਾਰਾਜ ਜੀ ਹੁਣ ਅੱਗੇ ਨਾਲ ਹੀ ਅਗਲੀ ਜਿਹੜੀ ਮਹਾਰਾਜ ਅਗਲਾ ਸ਼ਲੋਕ ਲਿਖਦੇ ਨਾ, ਗੁਣ ਅਵਗੁਣ ਏਕ ਸਮਾਨ ਹੈ, ਇਸ ਤਰ੍ਹਾਂ ਮਹਾਰਾਜ ਲਿਖ ਦਿੰਦੇ ਨੇ। ਹੁਣ ਜੇ ਆਪਾਂ ਇਕੱਲਾ ਉਹ ਸ਼ਬਦ ਲੈ ਲਈਏ ਗੁਣ ਅਵਗੁਣ ਏਕ ਸਮਾਨ ਹੈ, ਤੇ ਸਾਡੇ ਮਨ ਵਿੱਚ ਆ ਜਾਏਗਾ ਵੀ ਹੈ ਇੱਕ ਹੀ ਗੱਲ ਹੋਈ। ਕਾਰਨ ਮਹਾਰਾਜ ਨੇ ਬੜਾ ਸੋਹਣਾ ਇਹਦੇ ਵਿੱਚ ਸਾਨੂੰ ਸਾਵਧਾਨ ਕੀਤਾ ਵੀ ਜਦੋਂ ਕਿਤੇ ਅਸੀਂ ਸਾਨੂੰ ਮਹਾਰਾਜ ਗੁਣ ਬਖਸ਼ ਦੇਣ, ਕਿਤੇ ਸਾਡੇ ਚ ਹੰਕਾਰ ਨਾ ਆ ਜਾਵੇ। ਤੇ ਨਾਲ ਹੀ ਮਹਾਰਾਜ ਸਾਨੂੰ ਸੁਚੇਤ ਕਰ ਦਿੰਦੇ ਨੇ, ਇਹ ਕਰਤੇ ਦੀ ਖੇਡ ਹੈਗੀ ਹੈ, ਕੋਈ ਗੁਣਾ ਵਿੱਚ ਹੈ ਕਿ ਔਗੁਣਾ ਵਿੱਚ ਹੈਗਾ, ਤੁਹਾਡੇ ਤੇ ਕਿਰਪਾ ਹੋ ਗਈ ਹੈ, ਤੁਸੀਂ ਹੁਣ ਇਸ ਦਾ ਸੁੱਖ ਮਾਣੋ, ਇਸ ਤੇ ਅੱਗੇ ਹੋਰ ਕਮਾਈਆਂ ਕਰੋ, ਜਿਹੜੇ ਤੁਹਾਨੂੰ ਗੁਣ ਮਿਲੇ ਨੇ ਇਹਨਾਂ ਨੂੰ ਕਮਾ ਕੇ ਗੁਰੂ ਦੇ ਦਰ ਤੇ ਕਬੂਲ ਕਰੋ। ਸੋ ਇਹ ਜਿਹੜੇ ਵਿਕਾਰ ਨੇ ਨਾ, ਇਹ ਸਾਨੂੰ ਭਗਤੀ ਦੇ ਰਾਹ ਤੇ ਵਿਗੜ ਪਾਉਂਦੇ ਨੇ। ਤੇ ਇੱਕ ਸਾਖੀ ਛੋਟੀ ਜਿਹੀ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਚਾਹਾਂਗਾ। ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦੀ ਗੱਲ ਹੈ। ਇੱਕ ਕੋਈ ਗਰੀਬ ਬੜਾ ਜਿਹਾ ਸਿੱਖ ਸੀਗਾ, ਜਿਹੜਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਸੀ। ਤੇ ਉਹਨੇ ਕਦੇ ਕਦੇ ਜਦੋਂ ਕੁਛ ਮਹੀਨਾ 2 ਮਹੀਨਾ ਮਿਹਨਤ ਕਰਨੀ, ਕੁਛ ਮਾਇਆ ਜੁੜਨੀ, ਤੇ ਮਾਇਆ ਪਰਿਵਾਰ ਨੂੰ ਦੇ ਕੇ ਤੇ ਆਪ ਗੁਰੂ ਦਰਬਾਰ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆ ਜਾਣਾ। ਉੱਥੇ 2 4 5 ਦਿਨ, ਹਫ਼ਤਾ 10 ਦਿਨ ਸੇਵਾ ਕਰਨੀ, ਤੇ ਉੱਥੇ ਜੋ ਆਪਣੀ ਦਸਵੰਧ ਦੀ ਭੇਟਾ ਮਹਾਰਾਜ ਦੇ ਚਰਨਾਂ 'ਚ ਅਰਪਣ ਕਰਨੀ ਤੇ ਵਾਪਸ ਚਲੇ ਜਾਣਾ। ਇਹ ਉਹਦਾ ਨੇਮ ਬੜਾ ਸੋਹਣਾ ਬਣਿਆ ਹੋਇਆ ਸੀ। ਤੇ ਗੁਰੂ ਮਹਾਰਾਜ ਦੇਖ ਰਹੇ ਸੀਗੇ ਸਿੱਖ ਨੂੰ। ਤੇ ਇੱਕ ਦਿਨ ਮਹਾਰਾਜ ਨੇ ਉਸ ਨੂੰ ਬੁਲਾਇਆ ਕੋਲ, ਕਹਿੰਦੇ ਵੀ ਸਿੱਖਾ, ਬੜੀ ਤੇਰੀ ਸੇਵਾ ਹੈਗੀ ਹੈ, ਸੇਵਾ ਬੜੀ ਪਿਆਰ ਨਾਲ ਕਰਦਾ, ਤੇ ਤੂੰ ਇੱਥੇ ਹੀ ਰਹਿ ਜਾ, ਇੱਥੇ ਰਹਿ ਗੁਰੂ ਦਰਬਾਰ ਦੇ ਵਿੱਚ, ਪੱਕਾ ਹੀ ਇੱਥੇ ਰਹਿ ਕੇ ਸੇਵਾ ਕਰਿਆ ਕਰ। ਤੇ ਅੱਗੋਂ ਕਹਿੰਦਾ ਜੀ ਮਹਾਰਾਜ ਮੈਂ ਤਾਂ ਗਰੀਬ ਜਿਹਾ ਬੰਦਾ, ਮਿਹਨਤ ਮਜ਼ਦੂਰੀ ਕਰਕੇ ਕਮਾ ਕੇ ਪਰਿਵਾਰ ਨੂੰ ਪਾਲਦਾ, ਜੇ ਮੈਂ ਇੱਥੇ ਰਹਿ ਗਿਆ ਮੇਰਾ ਪਰਿਵਾਰ ਉਹਦਾ ਹੀ ਕੌਣ ਸੰਭਾਲ ਕਰੇਗਾ, ਉਹ ਤਾਂ ਭੁੱਖੇ ਮਰ ਜਾਣਗੇ। ਮਹਾਰਾਜ ਕਹਿੰਦੇ ਸੋਚ ਲੈ, ਤੂੰ ਇੱਥੇ ਰਹਿ ਲੈ, ਮੈਨੂੰ ਚੰਗਾ ਲੱਗੇਗਾ। ਨਹੀਂ ਮਹਾਰਾਜ, ਮੈਂ ਪਰਿਵਾਰ ਨੂੰ ਵੀ ਸੰਭਾਲਣਾ, ਮੈਨੂੰ ਜਿਵੇਂ ਮੈਂ ਆਉਣਾ ਇਸ ਤਰ੍ਹਾਂ ਮੇਰੇ ਤੇ ਬਖਸ਼ਿਸ਼ ਕਰੋ, ਮੈਂ ਆ ਕੇ ਤੁਹਾਡੇ ਦਰਸ਼ਨ ਕਰਦੇ ਰਿਹਾ ਕਰਾਂ, ਇਹ ਮੇਰੇ ਤੇ ਕਿਰਪਾ ਕਰਦੇ ਰਹੋ। ਮਹਾਰਾਜ ਦੇ ਮਨ ਵਿੱਚ ਆਈ ਕਿ ਇਹਦੇ ਮਨ ਵਿੱਚ ਕਿਧਰੇ ਜਿਹੜਾ ਇਹ ਬੈਠ ਗਿਆ ਵੀ ਮੈਂ ਪਰਿਵਾਰ ਨੂੰ ਪਾਲਦਾ, ਇਹ ਵੀ ਦੂਰ ਕਰਨਾ। ਇਹ ਮੋਹ ਦੇ ਵਿੱਚ ਆ ਕੇ ਬੰਦਾ ਪਰਿਵਾਰ ਦੇ ਜ਼ਿੰਮੇਵਾਰੀਆਂ ਆਪਣੇ ਸਿਰ ਤੇ ਬੰਨੀ ਬੈਠਾ ਹੈ, ਤੇ ਪ੍ਰਤਪਾਲ ਕਰਨ ਵਾਲਾ ਤਾਂ ਵਾਹਿਗੁਰੂ ਹੈ, ਸਿਰ ਵਾਹੇ ਠਾਕੁਰ ਕਾਹੇ ਮਨ ਭਉ ਕਰਿਆ। ਤੇ ਮਹਾਰਾਜ ਨੇ ਉਹਨੂੰ ਉਹਦੇ ਵਿੱਚੋਂ ਇਹ ਜਿਹੜਾ ਮੋਹ ਦਾ ਜਿਹੜਾ ਕੜ ਸੀਗਾ, ਇਹ ਵੀ ਕੱਟਣਾ ਸੀਗਾ। ਖੇਤ ਕੇ ਬੰਧਨ ਤੋੜ ਨਾ ਸਕੇ, ਤਾਜਮ ਕਰੇ ਖੁਆਰੀ ਜੀਓ। ਮਹਾਰਾਜ ਨੇ ਇੱਥੋਂ ਵੀ ਹਟਾਉਣਾ ਸੀਗਾ। ਤੇ ਮਹਾਰਾਜ ਕਹਿੰਦੇ ਚੱਲ ਤੂੰ ਜਾਣਾ ਹੀ ਹੈ, ਰਾਹ ਵਿੱਚ ਨਾ ਇੱਕ ਸਾਡੇ ਸਿੱਖ ਹੈਗੇ ਨੇ, ਤੇ ਉਹਨਾਂ ਤੱਕ ਸਾਡਾ ਇੱਕ ਸੁਨੇਹਾ ਲੈ ਜਾ। ਸਤਿਵਚਨ ਮਹਾਰਾਜ ਤੇ ਗੁਰੂ ਸਾਹਿਬ ਨੇ ਇੱਕ ਸੁਨੇਹਾ ਲਿਖ ਕੇ ਉਹਨੂੰ ਦਿੱਤਾ ਵੀ ਇਹ ਫਲਾਣੇ ਸ਼ਹਿਰ ਵਿੱਚ, ਤੇ ਉਹ ਸਿੱਖ ਹੈਗੇ ਨੇ। ਉਹ ਜਿਹੜੇ ਸਿੱਖ ਸੀ ਬੜੇ ਧਨਾੜ, ਬੜੇ ਰੱਜੇ ਸਰਦੇ ਪੁਰਦੇ ਸਿੱਖ ਸੀਗੇ, ਪਰ ਗੁਰੂ ਦੀ ਭਾਵਨੀ ਵਾਲੇ ਸੀ। ਤੇ ਉਹਨਾਂ ਕੋਲ ਜਦੋਂ ਪਹੁੰਚਿਆ ਤੇ ਉਹਨਾਂ ਨੇ ਬੜੀ ਆਪ ਭਗਤ ਕੀਤੀ, ਚਰਨ ਧੋਏ ਉਹਨਾਂ ਦੇ, ਉਹਨਾਂ ਨੂੰ ਵਿਰਾਜਮਾਨ ਕੀਤਾ ਸੋਹਣੇ ਪਲੰਘ ਤੇ, ਉਹਨਾਂ ਦੇ ਭੋਜਨ ਜਲ ਦੇ ਨਾਲ ਉਹਨਾਂ ਦੀ ਸੇਵਾ ਕੀਤੀ। ਤੇ ਮੇਰੇ ਗੁਰੂ ਦੇ ਦਰਸ਼ਨ ਕਰਕੇ ਸਿੱਖ ਆਇਆ, ਉਹਨਾਂ ਨੂੰ ਚਾਅ ਚੜ ਗਿਆ। ਤੇ ਉਹ ਸਿੱਖ ਨੇ ਕਿਹਾ ਜੀ ਮਹਾਰਾਜ ਦਾ ਸੁਨੇਹਾ ਲੈ ਕੇ ਆਇਆ ਤੁਹਾਡੇ ਵਾਸਤੇ। ਉਹ ਕਹਿੰਦੇ ਜੀ ਦੱਸੋ। ਉਹਨਾਂ ਨੇ ਸੁਨੇਹਾ ਦਿੱਤਾ ਤੇ ਉਹਨਾਂ ਨੇ ਮਸਤਕ ਤੇ ਲਾਇਆ, ਪਹਿਲਾਂ ਗੁਰੂ ਦਾ ਹੁਕਮ ਆਇਆ। ਤੇ ਜਦ ਪੜ੍ਹਿਆ ਤੇ ਅੰਦਰ ਮਹਾਰਾਜ ਨੇ ਹੁਕਮ ਇਹ ਕੀਤਾ ਸੀਗਾ, ਇਸ ਸਿੱਖ ਨੂੰ 6 ਮਹੀਨੇ ਆਪਣੇ ਕੋਲ ਰੱਖਣਾ ਤੇ ਇਹਦੀ ਸੇਵਾ ਕਰਨੀ ਹੈ, ਤੇ ਇਹਨੂੰ ਕਿਸੇ ਪ੍ਰਕਾਰ ਦੀ ਕੋਈ ਘਾਟ ਨਾ ਮਹਿਸੂਸ ਹੋਵੇ, ਪਰ ਇਹਨੂੰ ਜਾਣ ਨਹੀਂ ਦੇਣਾ ਤੁਸੀਂ 6 ਮਹੀਨੇ। ਤੇ ਹੁਣ ਉਹ ਸਿੱਖ ਉਹਨਾਂ ਨੇ ਕਮਰਾ ਤਿਆਰ ਕੀਤਾ, ਤੇ ਉਹਨੂੰ ਸਿੱਖ ਨੂੰ ਕਿਹਾ ਭਾਈ ਸਾਹਿਬ ਜੀ ਆਓ ਇੱਥੇ ਬਿਰਾਜੋ। ਤੇ ਮਹਾਰਾਜ ਦਾ ਹੁਕਮ ਹੋ ਗਿਆ। ਕਹਿੰਦੇ ਮੈਂ ਤਾਂ ਅੱਗੇ ਗਾਂ ਪਿੰਡ ਨੂੰ ਜਾਣਾ। ਕਹਿੰਦੇ ਨਹੀਂ ਜੀ ਨਹੀਂ, ਹੁਣ ਨਹੀਂ ਤੁਸੀਂ ਜਾ ਸਕਦੇ, ਮਹਾਰਾਜ ਦਾ ਹੁਕਮ ਹੋ ਗਿਆ, ਹੁਣ ਜਾਂ ਖੁਸ਼ੀ ਰਹੋ ਜਾਂ ਨਾਰਾਜ਼ ਹੋ ਕੇ ਰਹੋ, ਸਾਨੂੰ ਹੁਕਮ ਹੈ, ਅਸੀਂ ਹੁਕਮ ਵਜਾਉਣਾ, 6 ਮਹੀਨੇ ਤੁਸੀਂ ਇੱਥੋਂ ਨਹੀਂ ਜਾ ਸਕਦੇ, ਆਜੋ ਬੈਠੋ, ਹਰ ਪ੍ਰਕਾਰ ਦੀ ਸੇਵਾ ਤੁਹਾਡੀ ਹੋਵੇਗੀ, ਨਾਲ ਨੌਕਰ ਚਾਕਰ ਦੇ ਤੇ ਉਹਨਾਂ ਦੀ ਸੇਵਾ ਕਰਨ ਵਾਸਤੇ।
ਤੇ ਇਹ ਵਿੱਚ ਸਿੱਖ ਜਰਾ ਥੋੜੇ ਕੁਝ ਦਿਨ ਤਾਂ ਮਨ ਵਿੱਚ ਇਹੀ ਸੋਚਦਾ ਰਿਹਾ ਵੀ ਮੇਰੇ ਪਰਿਵਾਰ ਦਾ ਕੀ ਬਣੇਗਾ, ਵਿਚਾਰੇ ਕਿਸ ਹਾਲਤ ਚ ਹੋਣਗੇ, ਮੈਂ ਕਿੱਥੇ ਅੜ ਗਿਆ। ਮਹਾਰਾਜ ਨੇ ਕਹੇ ਜਿਹਾ ਪਰਚਾ ਪਾਤਾ ਇਹਨਾਂ ਬੋਂਦਾਂ ਚ। ਫਿਰ ਹੌਲੀ ਹੌਲੀ ਸਿੱਖਾਂ ਦੀ ਸੰਗਤ ਦੇ ਨਾਲ ਮਨ ਵਿੱਚੋਂ ਉਹ ਵਿਚਾਰ ਹੌਲੀ ਹੌਲੀ ਖਤਮ ਹੁੰਦੇ ਗਏ। ਬੈਠਾ ਉੱਥੇ ਭਗਤੀ ਕੀਤੀ, ਸਿਮਰਨ ਕੀਤਾ, ਉਹਨਾਂ ਨਾਲ ਜੋ ਕਾਮ ਸੰਗਤ ਹੋ ਸਕਦੀ ਸੀ ਕੀਤੀ। ਉਹ 6 ਮਹੀਨਿਆਂ ਬਾਅਦ ਤੇ ਉਹਨਾਂ ਤੋਂ ਵਿਦਾ ਲੈ ਕੇ ਘਰ ਪਹੁੰਚਿਆ ਤੇ ਪਰਿਵਾਰ ਚ ਲਹਿਰਾ ਫਿਰ ਪਰਿਵਾਰ ਬੜਾ ਰਾਜੀ। ਤੇ ਉਹਨਾਂ ਕਿਹਾ ਵੀ ਉਹਨਾਂ ਨੇ ਕਿਹਾ ਤੁਸੀਂ ਆ ਗਏ? ਕਹਿੰਦੇ ਹਾਂ। ਮੈਂ ਕਹਿੰਦਾ ਤੁਸੀਂ ਸਾਰੇ ਸੁਖੀ ਬੈਠੇ ਹੋ, ਤੁਹਾਨੂੰ ਕੋਈ ਤਕਲੀਫ ਨਹੀਂ ਹੋਈ? ਕਹਿੰਦੇ ਨਾ, ਅਸੀਂ ਤਾਂ ਬੜੇ ਸੌਖੇ ਹੋ ਗਏ, ਬਲਕਿ ਪਹਿਲਾਂ ਨਾਲੋਂ ਵੀ ਲਹਿਰਾ ਬਹਿਰਾ ਜ਼ਿਆਦਾ ਨੇ। ਪਹਿਲਾਂ ਤੁਸੀਂ ਇਕੱਲੇ ਕਮਾਉਣ ਵਾਲੇ ਸੀਗੇ, ਹੁਣ ਤੁਸੀਂ ਸਾਰਾ ਦਾ ਸਾਰਾ ਟੱਬਰ ਕਮਾਉਂਦੇ ਆ। ਹੋਇਆ ਕੀ? ਕਹਿੰਦੇ ਜਦੋਂ ਤੁਸੀਂ ਆਏ ਨੇ ਤੇ ਸਾਰੇ ਪਿੰਡ ਵਿੱਚ ਇਹ ਗੱਲ ਫੈਲ ਗਈ ਵੀ ਉਹ ਸਿੱਖ ਤਾਂ ਕਹਿੰਦੇ ਮੇਰਾ ਕੀ ਹੋ ਗਿਆ, ਤਾਂ ਆਇਆ ਨਹੀਂ, ਉਹ ਤਾਂ ਧਰਮੀ ਹੋ ਕੇ ਗੁਰੂ ਦੇ ਦਰ ਤੇ ਰਹਿ ਗਿਆ ਤੇ ਉਹਨੇ ਹੁਣ ਪਰਿਵਾਰ ਵਿੱਚ ਆਉਣਾ ਨਹੀਂ। ਤੇ ਹੁਣ ਪਰਿਵਾਰ ਦੀ ਤਾਂ ਅਸੀਂ ਸਾਰ ਸੰਭਾਲ ਆਪਾਂ ਪਿੰਡ ਵਾਲੇ ਸਾਰੇ ਰਲ ਕੇ ਕਰੀਏ। ਤੇ ਜਿਹੜਾ ਨੌਜਵਾਨ ਮੁੰਡਾ ਸੀ ਉਹਨੂੰ ਪਿੰਡ ਦੇ ਸ਼ਾਹੂਕਾਰ ਨੇ ਆਪਣੀ ਹੱਟੀ ਤੇ ਬਿਠਾ ਲਿਆ ਤੇ ਬੱਚੀ ਨੂੰ ਕਿਸੇ ਨੇ ਕੋਈ ਕਿਰਤ ਦੇ ਦਿੱਤੀ, ਮਾਤਾ ਨੂੰ ਕਿਸੇ ਨੇ ਹੋਰ ਕਿਰਤ ਦੇ ਦਿੱਤੀ। ਕਿਤੇ ਇੱਕ ਪਰਿਵਾਰ ਦਾ ਇੱਕ ਚੀਜ਼ ਕਮਾਉਂਦਾ ਸੀ, ਹੁਣ ਸਾਰੇ ਜੀ। ਸਿੱਖ ਦੇ ਮਨ ਵਿੱਚ ਜਿਹੜਾ ਉਹ ਸੀਗਾ ਨਾ ਭਰਮ, ਉਹ ਖਤਮ ਹੋਇਆ ਵੀ ਨਹੀਂ, ਮੈਂ ਨਹੀਂ ਕਮਾਉਣ ਵਾਲਾ ਤੇ ਮੈਂ ਨਹੀਂ ਪਾਲਣ ਵਾਲਾ, ਪਾਲਣਹਾਰ ਸਤਿਗੁਰੂ ਸੱਚਾ ਪਾਤਸ਼ਾਹ ਹੈਗਾ। ਤੇ ਸੋ ਪਾਲਣਹਾਰ ਸੱਚੇ ਸਤਿਗੁਰੂ ਨੇ, ਤੇ ਇਸ ਕਰਕੇ ਉਹ ਇਹ ਮਹਾਰਾਜ ਨੇ ਉਹਦੇ ਮਨ ਵਿੱਚੋਂ। ਸੋ ਇਹ ਸਾਖੀ ਮਹਾਰਾਜ ਦੀ ਮੋਹ ਜਿਹੜਾ ਹੈਗਾ, ਇਹ ਵੀ ਸਾਨੂੰ ਧਰਮ ਦੇ ਮਾਰਗ ਤੋਂ ਪਿੱਛੇ ਲੈ ਜਾਂਦਾ ਹੈ। ਸੋ ਆਪਾਂ ਜਿਹੜੀ ਵਿਚਾਰ ਕਰ ਰਹੇ ਸੀ ਨਾ ਬਈ ਹੁਣ ਆਪਾਂ ਗੱਲ ਕਰੀਏ ਦੁੱਖਾਂ ਦੀ, ਹਨਾ, ਜਿਹੜੀ ਆਪਾਂ ਗੱਲ ਕਰਦੇ ਸੀਗੇ ਧਰਮੀਆਂ ਨੂੰ ਤਕਲੀਫ, ਧਰਮੀਆਂ ਨੂੰ ਔਕੜਾਂ। ਹੁਣ ਆਪਾਂ ਇੱਥੇ ਆਈਏ ਜਦੋਂ, ਤੇ ਸਾਨੂੰ ਇਸ ਤਰ੍ਹਾਂ ਦਾ ਵਿਚਾਰ ਹੁਣ ਮਨ ਵਿੱਚ ਨਹੀਂ ਆਉਣੇ ਚਾਹੀਦੇ। ਸਾਡੇ ਕੁਛ ਭਰਮ ਜਿਹੜੇ ਘਟ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਸੁਖ ਨਾਹੀ ਬਹੁਤ ਹੈ ਤਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬਹੁ ਦੇਸ਼ ਕਮਾਏ, ਸਰ ਸੁਖਾਂ ਹਰ ਹਰ ਗੁਣ ਗਾਏ। ਸੋ ਇਹ ਅਸਲ ਸੁਖ ਹੈਗਾ। ਤੋ ਜੇ ਬਹੁਤਾ ਧਨ ਖੱਟਦਾ ਹੈ ਜਾਂ ਬੰਦਾ ਬਹੁਤੇ ਧਨ ਦੇ ਪਿੱਛੇ ਪੜਦੇ, ਇੱਕ ਤੋਂ ਵੱਧ ਹੋਰ ਲੱਖ ਦੇ ਕਰੋੜ, ਕਰੋੜ ਦੇ ਅਰਬ ਵੱਧਦਾ ਉਹ ਜਿਹੜੀ ਲਾਲਸਾ ਹੈ ਵੱਧਦੀ ਹੈ, ਰੁਕਦੀ ਨਹੀਂ ਹੈ। ਇਸ ਤਰ੍ਹਾਂ ਹੀ ਦੁਨੀਆ ਦੇ ਰੰਗ ਤਮਾਸ਼ੇ ਦੇਖ ਦੇਖ ਕੇ ਵੀ ਕਦੇ ਵੀ ਕਿਸੇ ਦੀ ਤਸੱਲੀ ਨਹੀਂ ਹੋਈ, ਕਦੇ ਕਿਸੇ ਦਾ ਜੀ ਨਹੀਂ ਭਰਿਆ। ਇਸ ਤਰ੍ਹਾਂ ਜੇ ਕੋਈ ਬਹੁਤ ਘੁੰਮਵੇ ਲਵੇ, ਸਾਰੀ ਦੁਨੀਆ ਦੇਸ਼ ਦੇ ਛੱਤਰ ਘੁੰਮੇ ਆਵੇ, ਕਦੇ ਮਨ ਨਹੀਂ ਭਰੇਗਾ। ਅਸਲ ਸੁਖ ਜਿਹੜਾ ਹੈਗਾ ਗੁਰੂ ਦੀ ਕੀਰਤੀ ਵਿੱਚ ਹੈ, ਵਾਹਿਗੁਰੂ ਜੀ ਦੇ ਸਿਮਰਨ ਵਿੱਚ ਹੈਗਾ। ਸੋ ਇਹ ਸੁਖ ਜੇ ਆਪਾਂ ਨੂੰ ਪ੍ਰਾਪਤ ਹੋਵੇ, ਇਹ ਹੈ ਪਰਮਾਰਥ ਦਾ ਸੁਖ। ਇਹ ਜੋ ਸੁਖ ਪ੍ਰਾਪਤ ਹੁੰਦਾ ਹੈ, ਇਹਦੇ ਨਾਲ ਸਹਿਜ ਆਉਂਦਾ ਹੈ। ਸਹਿਜ ਆਉਂਦਾ ਹੈ ਕੰਟੈਂਟਮੈਂਟ, ਹਨਾ। ਬੰਦਾ ਜਿਹੜਾ ਹੈਗਾ ਜੀ, ਸਾਨੂੰ ਜੀਵ ਜਿਹੜਾ ਹੈਗਾ, ਉਹ ਜੋ ਮਹਾਰਾਜ ਬਖਸ਼ਦੇ, ਜੋ ਪ੍ਰਾਪਤ ਹੁੰਦਾ, ਉਹਦੇ ਵਿੱਚ ਉਹ ਰਾਜੀ ਰਹਿੰਦਾ ਹੈ। ਉਹਦੇ ਅੰਦਰ ਭਟਕਣਾ ਖਤਮ ਹੋ ਜਾਂਦੀ ਹੈ। ਉਹ ਦੌੜ ਨਹੀਂ ਲਾਉਂਦਾ ਕਿਸੇ ਚੀਜ਼ ਪਿੱਛੇ। ਉਹਨੂੰ ਇਹ ਨਹੀਂ ਲਾਲਸਾ ਰਹਿੰਦੀ ਮੈਂ ਆਹ ਵੀ ਇਕੱਠਾ ਕਰ ਲਾਂ, ਮੈਂ ਉਹ ਵੀ ਇਕੱਠਾ ਕਰ ਲਾਂ, ਮੈਂ ਇੱਧਰ ਵੀ ਜਾਇਆ, ਮੈਂ ਉੱਧਰ ਵੀ ਜਾਇਆ, ਮੈਂ ਉਹ ਵੀ ਦੇਖ ਲਾਂ, ਮੈਂ ਇਹ ਵੀ ਦੇਖ ਲਵਾਂ। ਉਹਦੇ ਹੁਣ ਜ਼ਿੰਦਗੀ ਦਾ ਪਹਿਲਾ ਮਨੋਰਥ ਹੁੰਦਾ ਹੈ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ, ਸਿਮਰਨ ਵਿੱਚ ਰਹਿਣਾ। ਤੇ ਜਿਹੜੀ ਕਿਰਤ ਹੈਗੀ ਹੈ, ਉਹਦੇ ਵਿੱਚ ਵੀ ਉਹਨੇ ਰਜ਼ਾ ਵਿੱਚ ਰਹਿ ਕੇ ਧਰਮ ਦੀ ਕਿਰਤ ਤੇ ਪਹਿਰਾ ਦੇਣਾ ਹੁੰਦਾ ਹੈ। ਹੁਣ ਕਈ ਬੱਚਿਆਂ ਦਾ ਇਸ ਵੇਲੇ ਸਵਾਲ ਆ ਜਾਂਦਾ ਹੈ ਵੀ ਇਸਦਾ ਮਤਲਬ ਅਸੀਂ ਸਾਨੂੰ ਪੈਸਾ ਨਹੀਂ ਕਮਾਉਣਾ ਚਾਹੀਦਾ, ਸਾਨੂੰ ਪੜ੍ਹਾਈਆਂ ਨਹੀਂ ਕਰਨੀ ਚਾਹੀਦੀਆਂ, ਸਾਨੂੰ ਅੱਛੀ ਨੌਕਰੀਆਂ ਵੱਲ ਨਹੀਂ ਜਾਣਾ ਚਾਹੀਦਾ। ਨਹੀਂ, ਬਿਲਕੁਲ ਸਾਨੂੰ ਇਹ ਸਾਰਾ ਕੁਝ ਕਰਨਾ ਚਾਹੀਦਾ ਹੈ। ਕਰਨਾ ਮਹਾਰਾਜ ਦੇ ਹੁਕਮ ਵਿੱਚ ਲੈ ਕੇ ਹੈ। ਕਿਸੇ ਚੀਜ਼ ਦੇ ਪਿੱਛੇ ਦੌੜ ਨਹੀਂ ਲਗਾਣੀ। ਜੋ ਸਹਿਜ ਵਿੱਚ ਪ੍ਰਾਪਤ ਹੋ ਜਾਏ, ਜੋ ਮਹਾਰਾਜ ਸਾਨੂੰ ਦਿੰਦੇ ਨੇ, ਹਰ ਕਿਸੇ ਦੀ ਪ੍ਰਾਰਬਧ ਸੱਚੇ ਪਾਤਸ਼ਾਹ ਨੇ ਲਿਖ ਕੇ ਭੇਜੀ ਹੈ, ਉਹ ਸਾਨੂੰ ਸਾਰਾ ਸੀ ਸੰਸਾਰ ਵਿੱਚ ਵਿਚਰਨਾ ਹੈ। ਜੇ ਆਪਾਂ ਵਿਚਾਰ ਆਪਣਾ ਇਤਿਹਾਸ ਦੇਖੀਏ, ਭਾਈ ਲੱਖੀ ਸ਼ਾਹ ਵਣਜਾਰਾ, ਮੱਖਣ ਸ਼ਾਹ ਲੋਬਾਣਾ ਜੀ ਬਹੁਤ ਵੱਡੇ ਤਕੜੇ ਅਮੀਰ ਸੀਗੇ। ਲੱਖੀ ਸ਼ਾਹ ਵਣਜਾਰਾ, ਇਹ ਸਾਰਾ ਜਿਹੜਾ ਨਵੀਂ ਦਿੱਲੀ ਦਾ ਇਲਾਕਾ ਜਿਹੜਾ ਹੈਗਾ, ਇੱਕ ਖਾਲਸਾ ਕੈਂਪ ਦੇ ਇੱਕ ਲੈਕਚਰ ਵਿੱਚ ਇਹਦੇ ਬਾਰੇ ਵਿਚਾਰ ਹੋਈ ਸੀਗੀ। ਉਹ ਬਹੁਤ ਵੱਡੇ ਉੱਥੇ ਉਹਨਾਂ ਦੀ ਮਲਕੀਅਤ ਸੀ, ਪੂਰਾ ਪੂਰਾ ਰਾਇਸੀਨਾ ਪਿੰਡ ਦੇ ਮਾਲਕ ਸੀਗੇ। ਤੇ ਪਰ ਜਦੋਂ ਸਮਾਂ ਆਇਆ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ, ਤੇ ਜਦੋਂ ਮਹਾਰਾਜ ਦੀ ਦੇਹ ਦਾ ਸੰਸਕਾਰ ਕਰਨ ਦਾ ਸਮਾਂ ਆਇਆ, ਆਪਣੇ ਘਰ ਸਮੇਤ ਸਾਰਾ ਕੁਝ ਹੀ ਨਿਸ਼ਾਵਰ ਕਰਤਾ ਗੁਰੂ ਤੋਂ। ਉਦੋਂ ਇੱਕ ਵਾਰ ਵੀ ਉਹਦੇ ਨਾਲ ਪਕੜ ਨਹੀਂ ਸੀਗੀ, ਇਹ ਹੁਣ ਗੁਰੂ ਦੀ ਚੀਜ਼ ਹੈ, ਗੁਰੂ ਨੇ ਵਾਪਸ ਮੰਗੀ ਹੈ, ਲੈ ਗਏ, ਪ੍ਰਵਾਨ ਹੋਏ ਗੁਰੂ ਦੇ ਦਰ ਤੇ। ਤੇ ਆਪਾਂ ਆਈਏ ਪੜ੍ਹਾਈਆਂ ਵੱਲ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਦੀ ਸਾਖੀ ਆਪਾਂ ਜਾਣਦੇ। ਭਾਈ ਸੁਬੇਗ ਸਿੰਘ ਜੀ
ਗਣਿਤ ਤੇ ਇਕਨੋਮਿਕਸ ਦੇ ਬੜੇ ਵੱਡੇ ਮਾਹਰ ਸੀਗੇ। ਐਨੇ ਮਾਹਰ ਜਿਸ ਰਾਜ ਵਿੱਚ ਮੁਗਲ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਂਦੇ ਸੀਗੇ, ਉਹਨਾਂ ਦੀ ਲੋੜ ਬਣ ਗਈ ਭਾਈ ਸੁਬੇਗ ਸਿੰਘ ਜੀ ਨੂੰ ਆਪਣਾ ਕੋਤਵਾਲ ਬਣਾਉਣਾ ਲਾਹੌਰ ਦਾ। ਉਹਨਾਂ ਦੀਆਂ ਜਿਹੜਾ ਮਹਾਰਤ ਸੀਗਾ ਉਹ ਉਹਨਾਂ ਨੂੰ ਵਰਤਣਾ ਪਿਆ, ਉਹਨਾਂ ਦੀ ਲੋੜ ਬਣ ਗਈ। ਐਨੇ ਸਿਆਣੇ, ਐਨੇ ਦਿਆਨਤਦਾਰ, ਐਨੇ ਉਹ ਇੰਟੈਲੀਜੈਂਟ ਸੀਗੇ। ਇੱਕ ਮੁਗਲ ਰਾਜ ਜਿਹਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਜਾਂਦੇ ਸੀਗੇ, ਉਹਦੇ ਵਿੱਚ ਭਾਈ ਸੁਬੇਗ ਸਿੰਘ ਜੀ ਉੱਥੇ ਸਰਕਾਰ ਦੇ ਵਿੱਚ ਉੱਥੇ ਕੋਤਵਾਲ ਲੱਗੇ। ਇਹ ਉਹਨਾਂ ਦੇ ਵਿੱਚ ਗੁਣ ਸੀਗਾ। ਅੱਗੇ ਆਈਏ ਜਥੇਦਾਰ ਬਘੇਲ ਸਿੰਘ ਜੀ ਦੀ ਗੱਲ ਕਰੀਏ, ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ। ਉਹਨਾਂ ਬਾਰੇ ਮਸ਼ਹੂਰ ਸੀਗਾ ਵੀ ਉਹ ਇੰਨੇ ਤਕੜੇ ਸਟੇਟਸਮੈਨ ਸੀਗੇ। ਉਹਨਾਂ ਦੀ ਆਵਾਜ਼ ਵਿੱਚ, ਉਹਨਾਂ ਦੇ ਬੋਲਣ ਦੇ ਵਿੱਚ ਇੰਨਾ ਪ੍ਰਭਾਵ ਸੀਗਾ ਵੀ ਵੱਡੇ ਵੱਡੇ ਰਾਜੇ ਉਹਨਾਂ ਦੇ ਅੱਗੇ ਈਨ ਬਣਦੇ ਸੀਗੇ। ਉਹਨਾਂ ਸਮਿਆਂ ਵਿੱਚ ਜਿਹੜੇ ਰਜਵਾੜੇ ਹੁੰਦੇ ਸੀ ਜੀ, ਉਹਨਾਂ ਦੇ ਅੱਗੇ ਝਗੜੇ ਹੋ ਜਾਣੇ ਤੇ ਉਹਨਾਂ ਨੂੰ ਐਜ਼ ਅ ਨੈਗੋਸ਼ੀਏਟਰ ਬੁਲਾਇਆ ਜਾਂਦਾ ਸੀਗਾ ਵੀ ਸਾਡੀ ਆ ਕੇ ਸੁਲ੍ਹਾ ਕਰਾਓ। ਤੇ ਜਿੱਥੇ ਕਿਤੇ ਚਲੇ ਜਾਂਦੇ ਸੀ ਜਥੇਦਾਰ ਬਘੇਲ ਸਿੰਘ, ਰਾਜੇ ਅੱਗੇ ਹੱਥ ਵੜ ਕੇ ਖੜੇ ਹੋ ਜਾਂਦੇ ਸੀਗੇ, ਹੱਥ ਜੋੜ ਕੇ ਵੀ ਸਾਡੇ ਇੱਥੇ ਇੰਨਾ ਤਕੜਾ ਜਰਨੈਲ ਸਾਡੇ ਰਾਜ ਵਿੱਚ ਆਇਆ। ਤੇ ਉਹੀ ਜਥੇਦਾਰ ਬਘੇਲ ਸਿੰਘ ਨੇ ਮੁਗਲ ਰਾਜ ਦੇ ਤੋਂ ਆਪਣੇ ਜ਼ੋਰ ਦੇ ਨਾਲ ਦਿੱਲੀ ਦੇ ਵਿੱਚ ਜਿਹੜੇ ਸਤਿਗੁਰ ਧਾਮਾਂ ਦੀ ਸੇਵਾ ਕਰਾਈ। ਸੋ ਇਹ ਜਿਹੜੇ ਸੰਸਾਰ ਦੇ ਵਿੱਚ ਵਿਚਰਨ ਵਾਸਤੇ ਜਿਹੜੇ ਗੁਣ ਅਸੀਂ ਧਾਰਨ ਕਰਨੇ ਨੇ, ਜੇ ਸੰਸਾਰ ਦੀ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ, ਚਾਹੇ ਉਹ ਸਾਡੀਆਂ ਪੜ੍ਹਾਈਆਂ ਨੇ, ਮਾਇਆ ਹੈ, ਪਰ ਉਹਦੇ ਮਾਇਆ ਦੇ ਵਿੱਚ ਖਚਤ ਨਹੀਂ ਹੋਣਾ, ਖਲਤਾਨ ਨਹੀਂ ਹੋਣਾ ਤੇ ਗੁਰੂ ਨੂੰ ਚੇਤੇ ਵਿੱਚ ਰੱਖ ਕੇ ਸਾਰੇ ਕਾਰਜ ਕਰਨੇ ਅਸੀਂ। ਸੋ ਇੱਥੇ ਆ ਕੇ ਮੈਂ ਇੱਕ ਗੁਰੂ ਮਹਾਰਾਜ ਦਾ ਹੁਕਮ ਆਉਂਦਾ ਹੈ ਜੀ, ਜਿਹਦੇ ਵਿੱਚ ਸੁੱਖਾਂ ਦੀ ਗੱਲ ਹੋ ਰਹੀ ਹੈ, ਨਾਲ ਅੱਗੇ ਜਿਹੜੇ ਸਾਡੇ ਸੰਸਾਰ ਵਿੱਚ ਵਿਚਰਦੇ ਸਾਨੂੰ ਕੀ, ਤੇ ਉਹਦੇ ਵਿੱਚ ਅਸੀਂ ਰਹਿਣਾ ਕਿਵੇਂ ਹੈ। ਮਹਾਰਾਜ ਕਹਿੰਦੇ ਨੇ, ਨਦੀਆਂ ਹੋਵੇ ਧੇਣਵਾ, ਸੁਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਇਣਾ ਰੂਪਾ ਹੋਵੇ, ਹੀਰੇ ਲਾਲ ਜੜਾਓ, ਪੀ ਤੂੰ ਹੈ ਸਾਲਾਹਾਣਾ, ਆਖਣ ਲਹੈ ਨਾ ਚਾਓ। ਇੰਨਾ ਸੁੱਖ ਸਮਝਦਾ ਹੋਵੇ ਸਾਡੇ ਕੋਲ, ਇਹੋ ਜਿਹਾ ਹੋਵੇ ਸੁੱਖ ਸਮਝਦਾ ਵੀ ਜਿਹੜੀਆਂ ਦੁੱਧ ਦੀਆਂ ਨਦੀਆਂ ਵਗਦੀਆਂ ਹੋਣ ਤੇ ਜਿਹੜੇ ਝਰਨੇ ਹੋਣ, ਉੱਥੇ ਉਹਦੇ ਸਾਡੇ ਦੁੱਧ ਤੇ ਘਿਓ ਦੇ ਝਰਨੇ ਹੋਣ, ਸਾਰੀ ਦੀ ਸਾਰੀ ਧਰਤੀ ਸਾਡੀ ਮਿੱਠਾ ਸ਼ੱਕਰ ਹੋ ਜਾਏ ਤੇ ਖਾਣ ਨੂੰ ਸਾਨੂੰ ਹਰ ਪ੍ਰਕਾਰ ਦੀ ਖੁਸ਼ੀਆਂ ਪ੍ਰਾਪਤ ਹੋਣ। ਜਿਹੜੇ ਸੋਨੇ ਦੇ ਪਰਬਤ ਹੋਣ, ਸਾਡੇ ਸੋਨੇ ਚਾਂਦੀ ਦੇ ਪਰਬਤ ਹੋ ਜਾਣ, ਜਿਨ੍ਹਾਂ 'ਚ ਹੀਰੇ ਤੇ ਲਾਲ ਜੜੇ ਹੋਣ, ਇਹੋ ਜਿਹੀ ਮਲਕੀਅਤ ਹੋਵੇ ਸਾਡੀ। ਮਹਾਰਾਜ ਕਹਿੰਦੇ ਨੇ ਇੰਨਾ ਸੁੱਖ, ਇੰਨੀਆਂ ਸਮਰਿੱਧੀਆਂ ਮਿਲ ਜਾਣ ਤਾਂ ਵੀ ਪੀ ਤੂੰ ਹੈ ਸਾਲਾਹਣਾ, ਆਖਣ ਲਹੈ ਨਾ ਚਾਓ। ਅੱਗੇ ਕਹਿੰਦੇ ਨੇ, ਭਾਰ 18 ਮੇਵਾ ਹੋਵੇ, ਕਰੜਾ ਹੋਵੇ ਸੁਆਓ, ਚੰਦ ਸੂਰਜ ਦੋਏ ਫਿਰਦੇ ਰੱਖੀਏ, ਨੇਚਲ ਹੋਵੇ ਤਾਂ ਇੰਨੀ ਤਾਕਤ ਹੋ ਜਾਵੇ, ਇੰਨੀ ਤਾਕਤ ਹਾਸਲ ਹੋ ਜਾਵੇ ਵੀ ਚੰਦ ਤੇ ਸੂਰਜ ਜਿਹੜੇ ਨੇ ਇਹ ਦੋਨਾਂ ਨੂੰ ਮੈਂ ਬਣ ਸਕਾਂ, ਇਹ ਮੇਰੀ ਸੇਵਾ ਵਿੱਚ ਆ ਜਾਣ। ਇਹਨਾਂ ਦੇ ਹੁਕਮ, ਇੰਨਾ ਹੁਕਮ ਚਲਾ ਸਕੇ ਬੰਦਾ, ਕੀ ਤੂੰ ਹੈ ਸਾਲਾਹਣਾ, ਆਖਣ ਲਹੈ ਨਾ ਚਾਓ। ਪਰ ਨਾਲ ਹੀ ਅੱਗੇ ਮਹਾਰਾਜ ਅੱਗੇ ਆ ਜਾਂਦੇ, ਦੁੱਖਾਂ ਦੀ ਗੱਲ ਕਰਦੇ ਨੇ, ਜੇ ਦੇਹ ਦੁੱਖ ਲਾਈਏ, ਪਾਪ ਗ੍ਰਹਿ ਦੋਏ ਰਾਹ। ਜੇ ਹਰ ਪ੍ਰਕਾਰ ਦੇ ਦੁੱਖ ਸਰੀਰ ਨੂੰ ਲੱਗ ਜਾਣ, ਜਿਹੜੇ ਆਪਾਂ ਗ੍ਰਹਿ ਕਹਿੰਦੇ, ਰਾਹੂ ਕੇਤੂ ਜਿਹੜੇ ਦੁੱਖਾਂ ਦੇ ਗ੍ਰਹਿ ਨੇ, ਉਹ ਵੀ ਮੇਰੇ ਹਰ ਵੇਲੇ ਮੇਰੇ ਨਾਲ ਰਹਿਣ। ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਏ, ਐਵੇਂ ਜਾਪੇ ਪਾਓ। ਕਰੂਲ ਕਿੰਗਸ ਜਿਹੜੇ ਨੇ, ਇਹੋ ਜਿਹੇ ਰਾਜ ਵਿੱਚ ਮੈਨੂੰ ਰਹਿਣਾ ਪੈ ਜਾਵੇ ਜਿਹੜਾ ਰੱਤ ਪੀਣੇ ਰਾਜੇ ਹੋਣ, ਲਹੂ ਪੀਂਦੇ ਹੋਣ ਜਨਤਾ ਦਾ, ਉਸ ਦੁੱਖ ਵਾਲੇ ਮਾਹੌਲ ਵਿੱਚ ਰਹਿਣਾ ਪੈ ਜਾਵੇ। ਫਿਰ ਵੀ ਮਹਾਰਾਜ ਕਹਿੰਦੇ, ਪੀ ਤੂੰ ਹੈ ਸਲਾਹਣਾ, ਆਖਣ ਲਹੈ ਨਾ ਚਾਓ। ਅੱਗੇ ਮਹਾਰਾਜ ਹੋਰ ਹੁਕਮ ਕਰਦੇ ਨੇ, ਅੱਗੀ ਪਾਲਾ ਕੱਪੜ ਹੋਵੇ, ਗਰਮੀਆਂ ਵਿੱਚ ਅੱਗ ਦਾ ਕੱਪੜਾ ਹੋਵੇ, ਸਰਦੀਆਂ ਵਿੱਚ ਠੰਡ ਦਾ ਕੱਪੜਾ ਹੋਵੇ, ਖਾਣਾ ਹੋਵੇ ਵਾਓ, ਹਾਂਜੀ, ਸੁਰਗੇ ਦੀਆਂ ਸੋਹਣੀਆਂ ਇਸਤਰੀਆਂ ਹੋਣ, ਨਾਨਕ ਸਭੋ ਜਾਓ, ਪੀ ਤੂੰ ਹੈ ਸਲਾਹਣਾ, ਆਖਣ ਲਹੈ ਨਾ ਚਾਓ। ਮਹਾਰਾਜ ਕਹਿੰਦੇ, ਮੈਂ ਕਿਸੇ ਹਾਲ ਵਿੱਚ ਵੀ ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਸਹਿਜ ਵਿੱਚ ਹੀ ਰਹਿੰਦਾ ਹੈ। ਉਹ ਨਾ ਬਹੁਤੇ ਸੁੱਖ ਦੇ ਵਿੱਚ, ਬਹੁਤ ਸੁੱਖ ਸਮਰਿੱਧੀਆਂ ਵਿੱਚ ਗਲਤਾਨ ਹੁੰਦਾ ਹੈ, ਨਾ ਉਹਨਾਂ ਦਾ ਉਹਨੂੰ ਕੋਈ ਖੁਸ਼ੀ ਹੁੰਦੀ ਹੈ, ਨਾ ਉਹਨਾਂ ਦਾ ਕੋਈ ਗੁਮਾਨ ਕਰਦਾ ਹੈ, ਤੇ ਨਾ ਹੀ ਜੇ ਕੋਈ ਬਹੁਤ ਦੁੱਖ ਤਕਲੀਫ ਆ ਜਾਵੇ ਤੇ ਆਪਣਾ ਸਹਿਜ ਖੁੰਦਾ ਹੈ। ਤੇ ਜਦੋਂ ਆਪਾਂ ਬਹੁਤ ਸਾਰੇ ਗੁਰਸਿੱਖਾਂ ਦੀ ਦੇਖੀਏ, ਸ਼ਹੀਦਾਂ ਦੀ ਗੱਲ ਕਰਦੇ ਹਾਂ, ਤੇ ਸ਼ਹੀਦਾਂ ਦੇ ਕਿਸ ਤਰ੍ਹਾਂ ਉਹਨਾਂ ਦੇ ਤਕਲੀਫਾਂ ਹੋਈਆਂ, ਉਹਨਾਂ ਨੂੰ ਬੰਦ ਕੱਟੇ ਗਏ, ਖੋਪੜੀਆਂ ਲਾਈਆਂ ਗਈਆਂ, ਪਰ ਉਹ ਸਹਿਜ ਵਿੱਚ ਸੀਗੇ, ਕਿਉਂਕਿ ਉਹ ਜਿਹੜਾ ਸੁੱਖ ਉਹਨਾਂ ਨੇ ਪਰਮਾਰਥ ਦਾ ਜਿਹੜਾ ਆਪਣੇ ਅੰਦਰ ਰੱਖਿਆ ਸੀ, ਜਿਹਨੂੰ ਪ੍ਰਾਪਤ ਕੀਤਾ ਸੀਗਾ, ਉਸ ਦੇ ਅੱਗੇ ਇਹ ਸਾਰੇ ਦੁੱਖ ਜਿਹੜੇ ਸੀਗੇ ਉਹਨਾਂ ਵਾਸਤੇ ਮਾਇਨੇ ਨਹੀਂ ਰੱਖਦੇ ਸੀ। ਉਹਨਾਂ ਕੋਲ ਅਸਲ ਸੁੱਖ ਪ੍ਰਾਪਤ ਸੀਗਾ। ਜਦੋਂ ਅਸੀਂ ਕਹਿੰਦੇ ਹਾਂ ਨਾ ਵੀ ਉਹ ਰਾਜੇ ਤਾਂ ਸੁਖੀ ਰਹਿ ਗਏ ਤੇ ਸ਼ਹੀਦਾਂ ਨੇ ਤਾਂ ਤਕਲੀਫਾਂ ਝੱਲੀਆਂ, ਪਰ ਤਕਲੀਫਾਂ ਦਾ ਤਾਂ ਝੱਲੀਆਂ ਜੇ ਉਹ ਤਕਲੀਫ ਮੰਨੀ ਹੋਵੇ,
ਉਹਨਾਂ ਤਾਂ ਤਕਲੀਫ ਮੰਨੀ ਨਹੀਂ, ਉਹ ਤਾਂ ਸਹਿਜ ਵਿੱਚ ਸੀ। ਉਹ ਰਾਜੇ ਕਲਪ ਗਏ ਉਹਨਾਂ ਨੂੰ ਤਕਲੀਫਾਂ ਦੇ ਦੇ ਕੇ। ਜਿਹੜੇ ਰਾਜੇ ਸੀਗੇ, ਜਿਹੜੇ ਜ਼ੁਲਮੀ ਰਾਜੇ ਸੀਗੇ, ਉਹਨਾਂ ਨੇ ਜ਼ੁਲਮਾਂ ਦਾ ਜ਼ੋਰ ਲਾ ਲਾ ਕੇ ਦੇਖ ਲਿਆ, ਪਰ ਉਹ ਆਪਣੇ ਗੁਰਸਿੱਖਾਂ ਨੂੰ, ਸਾਡੇ ਸਿੱਖਾਂ ਨੂੰ ਡੋਲ ਨਹੀਂ ਸਕੇ, ਉਹ ਉਹਨਾਂ ਦਾ ਸਹਿਜ ਨਹੀਂ ਗਵਾ ਸਕੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਜੋ ਜੇਲ੍ਹ ਚਿੱਠੀਆਂ ਪੜ੍ਹਦੇ ਨਾ, ਬੜਾ ਆਨੰਦ ਆਉਂਦਾ ਹੈ। ਉਹ ਉਹਨਾਂ ਨੂੰ ਕਈ ਵਾਰ ਜੇਲ੍ਹ ਵਿੱਚ ਨਾ ਉਹਨਾਂ ਨੂੰ ਕਈ ਤਰੀਕੇ ਦੇ ਕਸ਼ਟ ਦੇਣੇ। ਕਈ ਵਾਰ ਉਹਨਾਂ ਤੇ ਹੋਰਾਂ ਵੀ ਉਹਨਾਂ ਨੂੰ ਇਕਾਂਤਵਾਸ ਕਰਦੇ, ਉਹਨਾਂ ਨੂੰ ਅਲੱਗ ਕੋਠੜੀ ਦੇ। ਮਹਾਰਾਜ ਕਹਿੰਦੇ, ਉਹ ਭਾਈ ਸਾਹਿਬ ਕਹਿੰਦੇ ਨੇ ਉੱਥੇ ਹੋਰ ਕਹਿੰਦੇ ਹੋਰ ਆਨੰਦ ਵੱਜ ਗਿਆ, ਉਹ ਹੋਰ ਸੁੱਖ ਮਿਲ ਗਿਆ, ਹੈਨਾ। ਜੇ ਉਹਨਾਂ ਨੂੰ ਉਹ ਕਹਿੰਦੇ ਮੇਰੀ ਸੁਰਤੀ ਹੋਰ ਖਿੜਨ ਲੱਗ ਪਈ। ਉਹ ਬੜੀ ਹਰ ਤਕਲੀਫ ਦੇ ਵਿੱਚ ਵੀ ਉਹ ਹਰ ਵਾਰ ਇਹ ਕਹਿਣ ਵੀ ਸੁਰਤ ਟਟਾਰੇ ਚੜ ਜਾਇਆ ਕਰੇ, ਸੁਰਤ ਉੱਪਰ ਜਾ ਚੜਿਆ ਕਰੇ, ਨਾਮ ਦੀਆਂ ਹੋਰ ਛੈਬਰਾਂ ਲੱਗ ਜਾਇਆ ਕਰਨ। ਉਹਨਾਂ ਵਿੱਚ ਇੱਕ ਵਰਤਾਂਤ ਆਉਂਦਾ ਰਾਜਮੰਦਰੀ ਜੇਲ੍ਹ ਵਿੱਚ। ਇੱਕ ਉਹਨਾਂ ਦੇ ਨਾਲ ਦੇ ਸੰਗੀ ਸੀਗੇ ਭਾਈ ਕਿਰਪਾ ਸਿੰਘ, ਤੇ ਉਹਨਾਂ ਦੀ ਕਿਤੇ ਕਿਸੇ ਕਾਰਨ ਕਰਕੇ ਉਂਗਲ ਕੱਟੀ ਜਾਂਦੀ ਹੈ, ਤੇ ਉਂਗਲ ਕੱਟਣ ਕਰਕੇ ਉਹਨਾਂ ਨੇ ਧਿਆਨ ਨਹੀਂ ਦਿੱਤਾ, ਤੇ ਉਹਦੇ ਨਾਲ ਉਹਦੇ ਅੰਦਰ ਜ਼ਹਿਰ ਫੈਲਿਆ, ਤੇ ਉਹਨਾਂ ਦੀ ਬਾਂਹ ਸਾਰੀ ਸੁੱਜ ਗਈ। ਤੇ ਉਹਨਾਂ ਨੂੰ ਹਸਪਤਾਲ ਵਿੱਚ ਲੈ ਗਏ ਜੇਲ੍ਹ ਦੇ, ਤੇ ਉਹਨਾਂ ਨੇ ਦੇਖਿਆ ਵੀ ਕੋਸ਼ਿਸ਼ ਕੀਤੀ, ਵੀ ਕਹਿੰਦੇ ਤਾਂ ਇੰਨੀ ਗੈਂਗਰੀਨ ਹੋ ਗਈ ਹੈ, ਤੇ ਇਹ ਤਾਂ ਇਹਨਾਂ ਦੀ ਮੌਤ ਹੋ ਸਕਦੀ ਹੈ। ਤੇ ਉਹਨਾਂ ਨੇ ਕਿਹਾ ਵੀ ਇਹਦਾ ਬਾਂਹ ਹੀ ਵੱਢਣੀ ਪੈਣੀ ਹੈ। ਤੇ ਆ ਕੇ ਉਹਨਾਂ ਨੇ ਸਿੱਖਾਂ ਉੱਥੋਂ ਜੇਲ੍ਹ ਵਿੱਚ ਜਿਹੜੇ ਕੁਛ ਸੀਗੇ, ਜਦੋਂ ਉਹਨਾਂ ਨੇ ਆ ਕੇ ਭਾਈ ਸਾਹਿਬ ਨੂੰ ਦੱਸਿਆ ਵੀ ਇਸ ਤਰ੍ਹਾਂ ਜਿਹੜੇ ਅੱਜ ਕਿਰਪਾ ਸਿੰਘ ਦੀ ਬਾਂਹ ਵੱਢੀ ਦਿੱਤੀ ਜਾਣੀ ਹੈ, ਭਾਈ ਸਾਹਿਬ ਨੇ ਸਾਰੇ ਸੰਗੀ ਸਾਥੀਆਂ ਨੂੰ ਆਵਾਜ਼ ਦੇ ਕੇ ਕਿਹਾ ਵੀ ਆਪਾਂ ਸਾਰੇ ਕਿਰਪਾ ਸਿੰਘ ਦੀ, ਭਾਈ ਕਿਰਪਾ ਸਿੰਘ ਦੇ ਨਮਿਤ 119 ਦਾ ਪਾਠ ਕਰੀਏ, ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਹੈ, ਮਹਾਰਾਜ ਉਹਨਾਂ ਦੇ ਜਿਹੜੇ ਕਸ਼ਟ ਨਿਵਾਰਨ, ਹਨਾ। ਤੇ ਸਿੱਖ ਤੇ ਬੜਾ ਭੀੜਾ ਭਰਾ ਸਮੇਂ ਆ ਗਿਆ। ਤੇ ਉਧਰ ਜਦੋਂ ਡਾਕਟਰ ਸਰਜਨ ਸਾਰੇ ਸਪੈਸ਼ਲ ਸਰਜਨ ਬੁਲਾਏ ਗਏ, ਉਹਨਾਂ ਨੇ ਉਹਨਾਂ ਨੂੰ ਪਾਲਿਆ ਆਪਰੇਸ਼ਨ ਟੇਬਲ ਦੇ ਉੱਤੇ, ਤੇ ਉਹਨਾਂ ਦਾ ਜਦ ਲੱਗੇ ਕਹਿੰਦੇ ਵੀ ਕੀ ਕਰਨਾ ਹੈ, ਕਹਿੰਦੇ ਜੀ ਇਹਨੂੰ ਅਸੀਂ ਤੇਰੀ ਬਾਂਹ ਵੱਢਣੀ ਹੈ, ਉਹ ਤੋਂ ਪਹਿਲਾਂ ਤੈਨੂੰ ਅਸੀਂ ਬੇਹੋਸ਼ ਕਰਨਾ। ਕਹਿੰਦੇ ਬੇਹੋਸ਼ ਕਰਨ ਦੀ ਲੋੜ ਨਹੀਂ, ਇਸ ਤਰ੍ਹਾਂ ਹੀ ਕਰ ਲਓ ਜੋ ਕਰਨਾ। ਕਹਿੰਦੇ ਨਹੀਂ, ਇਹਦੀ ਤਕਲੀਫ, ਕਹਿੰਦੇ ਜੇ ਮੈਂ ਕੁਸਕ ਵੀ ਗਿਆ ਤੇ ਤੁਸੀਂ ਮੈਨੂੰ ਪੁੱਛ ਲਿਓ। ਤੇ ਐਨੀ ਦਲੇਰੀ, ਉਹ ਕਹਿੰਦੇ ਵੀ ਤੁਸੀਂ ਮੇਰੀ ਬਾਂਹ ਵੱਢਣੀ ਹੈ, ਕਹਿੰਦੇ ਮੈਂ ਕੁਛ ਨਹੀਂ ਕਰਾਂਗਾ, ਮੈਂ ਹਿੱਲਾਂਗਾ ਵੀ ਨਹੀਂ, ਤੁਸੀਂ ਵੱਢ ਲਓ। ਉਹ ਆਪ ਆਪਣੇ ਰੰਗਾਂ ਵਿੱਚ, ਨਾਮ ਦੇ ਰੰਗਾਂ ਵਿੱਚ ਪਏ ਹੋਏ। ਤੇ ਉਹ ਫਿਰ ਔਰ ਜਿਹੜਾ ਸਰਜਨ ਸੀਗਾ, ਉਹਨੂੰ ਅਚਾਨਕ ਉਹਨੂੰ ਕੋਈ ਆਈਡੀਆ ਆਇਆ, ਉਹਨੂੰ ਖਿਆਲ ਆਇਆ, ਉਹਨੇ ਕੋਈ ਇੱਥੇ ਇੰਜੈਕਸ਼ਨ ਲਗਾ ਕੇ ਸਾਰਾ ਜ਼ਹਿਰ ਨਿਕਲ ਗਿਆ ਤੇ ਬਾਂਹ ਬਚ ਗਈ। ਇਸ ਤਰ੍ਹਾਂ ਦੀ ਹੀ ਇੱਕ ਕਹਾਣੀ, ਅਸਲ ਸਟੋਰੀ ਜਿਹੜੀ ਸੀਗੀ, ਅਸੀਂ ਜਦੋਂ ਸੰਥਿਆ ਮੋਹਾਲੀ ਵਿਖੇ ਕਰਦੇ ਹੁੰਦੇ ਸੀਗੇ, ਮਤਵਾਲਾ ਜੀ ਨੇ ਸੁਣਾਈ। ਮਤਵਾਲਾ ਅੰਕਲ ਜੀ ਨੇ ਮਦਰਾਸ ਜਦੋਂ 에ਅਰਫੋਰਸ ਵਿੱਚ ਸੀਗੇ, ਤੇ ਉਹ ਕਹਿੰਦੇ ਉੱਥੇ ਇੱਕ ਇਸ ਤਰ੍ਹਾਂ ਬੰਦਗੀ ਵਾਲੇ ਗੁਰੂ ਦੇ ਸਿੱਖ ਸੀਗੇ। ਕਹਿਣ ਦਾ ਭਾਵ ਹੈ ਜਿਹੜਾ ਪਰਮਾਰਥ ਦੇ ਸੁੱਖ ਜਦੋਂ ਮਾਣਦਾ ਹੈ ਨਾ, ਜਿਹੜਾ ਉਸ ਲੈਵਲ ਤੇ ਜਿਹੜੇ ਗੁਰਸਿੱਖ ਪਹੁੰਚ ਜਾਂਦੇ ਆ, ਅਸੀਂ ਤਾਂ ਹਲੇ ਤੁਰੇ ਆ, ਹਲੇ ਪਤਾ ਨਹੀਂ ਕਿੱਥੇ ਮਹਾਰਾਜ ਸਾਨੂੰ ਹਲੇ ਦੇਖਿਆ ਵੀ ਨਹੀਂ ਕੁਛ, ਪਰ ਇਹ ਸਿੱਖਾਂ ਦੀ ਗੱਲਾਂ ਸੁਣ ਸੁਣ ਕੇ ਚਾਅ ਉੱਠਦਾ ਹੈ ਮਨ ਵਿੱਚ, ਭਰੋਸਾ ਵੱਜਦਾ ਹੈ ਵੀ ਹੈ ਕੁਛ, ਹੈ ਇਸ ਦੀ ਕਹਾਣੀ ਜਿਹਨੂੰ ਅਸੀਂ ਵੀ ਕਿ ਮਹਾਰਾਜ ਕਿਰਪਾ ਕਰਨ, ਅਸੀਂ ਵੀ ਉੱਥੇ ਤੱਕ ਪਹੁੰਚ ਸਕੀਏ, ਸਾਡੀ ਉੱਥੇ ਤੱਕ ਰਸਾਈ ਹੋ ਸਕੇ। ਤੇ ਉਹ ਗੁਰਸਿੱਖ ਬੜੇ ਬੰਦਗੀ ਵਾਲੇ, ਤੇ ਉਹਨਾਂ ਦੇ ਕਹਿੰਦੇ ਵੀ ਪੇਟ ਵਿੱਚ ਕੋਈ ਇਸ ਤਰ੍ਹਾਂ ਦੀ ਰਸੌਲੀ ਹੋ ਗਈ ਜਿਹੜੀ ਬੜੀ ਹੀ ਜਾਨਲੇਵਾ ਸੀ, ਤੇ ਉਹਨਾਂ ਦਾ ਕਿਹਾ ਗਿਆ ਵੀ ਸਰਜਰੀ ਹੋਣੀ ਹੈ, ਤੇ ਆਪਰੇਸ਼ਨ ਕਰਕੇ ਹੀ ਇਹਦਾ ਇਲਾਜ ਹੋ ਸਕਦਾ ਹੈ। ਤੇ ਉਹ ਭਾਈ ਸਾਹਿਬ ਜੀ ਨੇ ਮਨਾ ਕਰਤਾ, ਕਹਿੰਦੇ ਵੀ ਨਹੀਂ, ਮੈਂ ਸਰਜਰੀ ਨਹੀਂ ਕਰਾਉਣੀ, ਮੈਂ ਰੋਮਾਂ ਦੀ ਬੇਅਦਬੀ ਨਹੀਂ ਕਰਨ ਦੇਣੀ, ਤੇ ਇਸ ਤਰ੍ਹਾਂ ਹੀ ਠੀਕ ਹੈ, ਜਿਵੇਂ ਮਹਾਰਾਜ ਦਾ ਹੁਕਮ ਹੈ, ਜੇ ਸਰੀਰ ਜਾਂਦਾ ਜਾਣਦਾ, ਜੇ ਸਵਾਸ ਜਾਂਦੇ ਜਾਣਦੇ। ਪਰ ਗੁਰੂ ਕੇ ਸਿੱਖ ਜਿਹੜੇ ਉੱਥੇ ਸਾਰੇ ਬੰਦਗੀ ਵਾਲੇ ਸੀਗੇ, ਉਹਨਾਂ ਨੇ ਕਿਹਾ ਵੀ ਇੰਨੇ ਬੰਦਗੀ ਵਾਲਾ ਸਿੱਖ ਅਸੀਂ ਨਹੀਂ ਗਵਾਉਣਾ, ਤੇ 5 ਸਿੰਘਾਂ ਨੇ ਜਾ ਕੇ ਉਹਨਾਂ ਨੂੰ ਹੁਕਮ ਕੀਤਾ ਵੀ ਤੁਸੀਂ ਸਰਜਰੀ ਕਰਾਓ। ਉਹ ਕਹਿੰਦੇ ਠੀਕ ਹੈ ਜੀ, ਜੇ ਤੁਸੀਂ ਹੁਕਮ ਕਰਦੇ ਹੋ ਤੇ ਫਿਰ ਤੁਸੀਂ ਹੀ ਅਰਦਾਸ ਕਰਕੇ ਮੇਰੀ ਸਿੱਖੀ ਤੁਸੀਂ ਸੰਭਾਲਣੀ ਹੈ, ਤੁਸੀਂ ਇਹਦੇ ਵਾਸਤੇ ਗੁਰੂ ਅੱਗੇ ਅਰਦਾਸ ਕਰਨੀ ਹੈ, ਤੇ ਤੁਹਾਡਾ ਹੁਕਮ ਸਿਰ ਮੱਥੇ। ਤੇ ਉਹਨਾਂ ਨੂੰ ਲੈ ਗਏ ਆਪਰੇਸ਼ਨ ਥੀਏਟਰ ਵਿੱਚ, ਤੇ ਮਤਵਾਲਾ ਅੰਕਲ ਜੀ ਦੱਸਦੇ ਨੇ ਉੱਥੇ ਹੀ ਸੀਗੇ ਉਹਨਾਂ ਦਿਨਾਂ ਵਿੱਚ। ਤੇ ਉਹਨਾਂ ਦੀ ਜਦੋਂ ਸਰਜਰੀ ਕਰਨ ਲੱਗੇ, ਤੇ ਉਹਨਾਂ ਨੂੰ ਬੇਹੋਸ਼ ਕਰਨ ਵਾਸਤੇ, ਐਨਸਥੀਸੀਆ ਦੇਣ ਵਾਸਤੇ ਤਿਆਰੀ ਕੀਤੀ, ਤਾਂ ਕਹਿੰਦੇ ਕੀ ਕਰਨ ਲੱਗੇ, ਕਹਿੰਦੇ ਤੈਨੂੰ ਬੇਹੋਸ਼ ਕਰਨਾ ਹੈ। ਕਹਿੰਦੇ ਜੇ ਬੇਹੋਸ਼ ਕਰਨ ਦੀ ਲੋੜ ਹੀ ਨਹੀਂ। ਕਹਿੰਦੇ ਭਾਈ ਤੇਰਾ ਪੇਟ ਪਾੜ ਕੇ ਅੰਦਰੋਂ ਅਸੀਂ ਉਹ ਸਾਰਾ ਕੁਝ ਬਾਹਰ ਕੱਢਣਾ ਹੈ, ਤੇ ਬਹੁਤ ਤਕਲੀਫ ਹੋਣੀ ਹੈ। ਕਹਿੰਦੇ ਜੋ ਮਰਜ਼ੀ ਕਰੀ ਜਾਓ, ਤੁਸੀਂ ਆਪਣਾ ਕੰਮ ਕਰੋ, ਮੈਂ ਆਪਣੇ ਕੰਮ ਕਰਦਾ। ਔਰ ਸੱਚੀ ਮੁੱਚੀ ਇਸ ਤਰ੍ਹਾਂ ਹੋਇਆ, ਉਸ ਸਿੰਘ ਨੂੰ ਲੰਮੇ ਪਾ ਕੇ ਤੇ ਉਹਨਾਂ ਦਾ ਸਰੀਰ ਕੱਟਿਆ, ਉਹਦੀ ਸਰਜਰੀ ਓਪਨ ਕੀਤੀ, ਅੰਦਰੋਂ ਸਾਰਾ ਕੁਝ ਕੀਤਾ, ਔਰ ਅਡੋਲ ਪਏ ਰਹੇ। ਤੇ ਅੰਕਲ ਜੀ ਦੱਸਦੇ ਨੇ ਵੀ ਉਹਨਾਂ ਦਿਨਾਂ ਵਿੱਚ ਇੰਨਾ ਉੱਥੇ ਇਹ ਗੱਲ ਮਸ਼ਹੂਰ ਹੋਈ ਸੀ ਵੀ ਸਿੱਖ ਜਿਹੜੇ ਨੇ ਇੰਨੇ ਦਲੇਰ, ਵੀ ਉਹਨਾਂ ਦੀ ਸਰਜਰੀ ਕੀਤੀ ਗਈ ਪੇਟ ਪਾੜ ਕੇ, ਤੇ ਉਹ ਬਿਲਕੁਲ ਵੀ ਵਿਚਲਿਤ ਨਹੀਂ ਹੋਏ।
ਸੋ ਆਹ ਪਰਮਾਰਥ ਦੇ ਰਾਹ ਤੇ ਚੱਲਦੇ ਆ ਨਾ, ਤਾਂ ਅਸੀਂ ਜਿਹੜਾ ਆਪਾਂ ਸੁੱਖ ਦੁੱਖ ਦੀ ਗੱਲ ਕੀਤੀ ਨਾ, ਸ਼ੁਰੂ ਚ ਮੈਂ ਨਾਲ ਕੀਤਾ ਸੀਗਾ, ਉਹ ਪੈਮਾਨਾ ਅਸੀਂ ਗਲਤ ਲੈ ਬੈਠਦੇ ਆ। ਅਸੀਂ ਜਿਹੜਾ ਬੈਂਚਮਾਰਕ ਹੈਗਾ ਨਾ, ਉਹ ਗਲਤ ਲੈ ਬੈਠਦੇ ਆ। ਜਿਸ ਬੈਂਚਮਾਰਕ ਨਾਲ ਅਸੀਂ ਮਾਪਣਾ ਸੀਗਾ ਸੁੱਖ ਤੇ ਦੁੱਖ ਨੂੰ, ਉਹ ਗਲਤ ਲੈਣ ਕਰਕੇ ਸਾਨੂੰ ਲੱਗਦਾ ਹੈ ਵੀ ਗੁਰਸਿੱਖ ਨੇ ਉਹ ਦੁੱਖ ਭੋਗਦੇ ਨੇ, ਤੇ ਜਿਹੜੇ ਵਿਕਾਰੀ ਨੇ, ਕਰਪਟ ਨੇ, ਚੋਰ ਨੇ, ਵਿਚਾਰ ਕਰਨ ਵਾਲੇ ਨੇ, ਉਹ ਮੌਜਾਂ ਕਰ ਰਹੇ ਨੇ। ਉਹ ਮੌਜਾਂ ਨਹੀਂ ਨੇਗੀਆਂ, ਉਹ ਪਾਪ ਹੈ। ਉਹ ਪਾਪ ਦਾ ਫਲ ਵੀ ਲੱਗਦਾ ਹੈ। ਔਰ ਉਹ ਜਿਵੇਂ ਜੇ ਕੋਈ ਚੋਰ ਚਰਾਕਾਰੀ ਅੱਜ ਇੰਡੀਆ ਵਿੱਚ ਸੁਣਿਆ ਨਾ ਆਪਾਂ, ਕਿੰਨੇ ਸਾਰੇ ਵੱਡੇ ਵੱਡੇ ਜਿਹੜੇ ਇੰਡਸਟਰੀਜ਼ ਨੇ, ਲੱਖਾਂ ਕਰੋੜਾਂ ਦਾ ਗਬਨ ਕਰਕੇ ਬਾਹਰਲੇ ਮੁਲਕਾਂ ਜਾ ਬੈਠੇ ਨੇ। ਸਾਨੂੰ ਲੱਗਦਾ ਹੈ ਵੀ ਉਹ ਸੁਖੀ ਨੇ, ਨਹੀਂ ਸੁਖੀ। ਹਰ ਵੇਲੇ ਉਹਨਾਂ ਦੇ ਸਿਰ ਤੇ ਤਲਵਾਰ ਲਟਕਦੀ ਹੈ। ਅੱਜ ਸਰਕਾਰਾਂ ਉਹਨਾਂ ਦੇ ਪੱਖ ਦੀਆਂ ਨੇ, ਕੱਲ ਨੂੰ ਕੋਈ ਹੋਰ ਸਰਕਾਰ ਆ ਗਈ, ਤੂੰ ਹੋ ਕਰ ਗਲੋਂ ਧੂ ਕੇ ਲਿਆਣਗੇ, ਨਹੀਂ ਤਾਂ ਲੇਖੇ ਤਾਂ ਹੋਣੇ ਹੋਣੇ ਨੇ। ਕੋਈ ਸੁੱਖ ਦੀ ਨੀਂਦ ਨਹੀਂ ਸੌਂਦੇ। ਸੁੱਖ ਦੀ ਨੀਂਦ ਕੌਣ ਸੌਂਦਾ ਹੈ? ਬਸਤਾ ਟੂਟੀ ਝੋਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ। ਐਸੇ ਜਿਹੜੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਤੀਨਾ, ਉਹ ਸਹਿਜ ਵਿੱਚ ਰਹਿੰਦੇ ਨੇ। ਇਹ ਭਾਈ ਹੇਮਾ ਜੀ ਦੀ ਸਾਖੀ ਹੈ ਤਰਨਤਾਰਨ ਦੇ ਕੋਲ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਤਰਨਤਾਰਨ ਸਾਹਿਬ ਤੋਂ ਵਾਪਸ ਆ ਰਹੇ ਸੀ, ਉੱਥੇ ਮੀਂਹ ਦਾ ਮੌਸਮ ਹੋਇਆ, ਉੱਥੇ ਕਿਸੇ ਚੌਧਰੀ ਵੱਡਿਆਂ ਨੂੰ ਕਿਹਾ, ਉਹਨਾਂ ਨੇ ਮਨਾ ਕਰਤਾ, ਨਹੀਂ ਅਸੀਂ ਨਹੀਂ ਤੁਹਾਨੂੰ ਥਾਂ ਦੇ ਸਕਦੇ। ਤੇ ਮਹਾਰਾਜ ਅੱਗੇ ਆਏ, ਤੇ ਇਹ ਭਾਈ ਹੇਮਾ ਜੀ ਦੀ ਝੋਪੜੀ ਛੋਟੀ ਸੀ, ਉੱਥੇ ਮਹਾਰਾਜ ਨੇ ਵਿਸ਼ਰਾਮ ਕੀਤਾ, ਤੇ ਉੱਥੇ ਮਹਾਰਾਜ ਨੇ ਸ਼ਬਦ ਉਚਾਰੇ। ਸੋ ਗਰੀਬ ਜਿਹੜਾ ਹੈਗਾ, ਜੇ ਉਹਦੇ ਕੋਲ ਨਾਮ ਦਾ ਧਨ ਉਹਦੇ ਕੋਲ ਹੈਗਾ, ਤੇ ਉਹ ਸਭ ਤੋਂ ਸੁਖੀ ਹੈਗਾ। ਜਿਸ ਨਾਮ ਹੈ ਸੋਈ ਵਡ ਰਾਜਾ, ਉਹ ਸਭ ਤੋਂ ਸੁਖੀ ਹੈਗਾ, ਜਿਹੜਾ ਜਿਹਦੇ ਕੋਲ ਸਹਿਜ ਹੈਗਾ, ਉਹ ਸੁੱਖ ਵਿੱਚ ਹੈਗਾ। ਬਾਕੀ ਦੁਨੀਆ ਜਿਹੜੀ ਹੈ ਉਹ ਦੁੱਖ ਵਿੱਚ ਰਹਿੰਦੀ ਹੈ। ਸੋ ਇਹ ਵਿਚਾਰਾ ਮੈਂ ਜਦੋਂ ਹੁਕਮ ਹੋਇਆ ਗੁਰੂ ਪਿਆਰਿਆਂ ਦਾ, ਤੇ ਆਪ ਜੀ ਨਾਲ ਵਿਚਾਰ ਕਰਨ ਦਾ, ਸੋ ਇੰਨੀ ਕੁ ਵਿਚਾਰਾਂ ਮੇਰੀਆਂ ਪ੍ਰਵਾਨ ਕਰਨੀਆਂ ਜੀ। ਤੇ ਗੁਰੂ ਕਿਰਪਾ ਕਰੇ ਸਾਨੂੰ ਜਿਹੜਾ ਸੱਚੇ ਸੁੱਖ ਦੀ ਸਾਨੂੰ ਮਹਾਰਾਜ ਜਿਹੜੀ ਹੈ ਉਹ ਸਵਾਦ ਬਖਸ਼ੇ। ਅਸੀਂ ਇਹ ਜਿਹੜੇ ਪਦਾਰਥਾਂ ਦੇ ਸੁੱਖ ਨੇ, ਇਹਨਾਂ ਨੂੰ ਅਸਲ ਸੁੱਖ ਨਾ ਮੰਨ ਲਈਏ, ਔਰ ਸੱਚੇ ਸੁੱਖ ਦੇ ਨਾਲ ਜੁੜੀਏ। ਨਾਮ ਤੋਂ ਜਿਹੜਾ ਪ੍ਰਾਪਤ ਹੋਣਾ ਹੈਗਾ। ਇਸ ਵੇਲੇ ਸਾਰਾ ਸੰਸਾਰ ਭੈ ਵਿੱਚ ਹੈਗਾ, ਬਹੁਤ ਬੜੇ ਡਰ ਵਿੱਚ ਹੈਗਾ, ਪਰ ਗੁਰੂ ਦਾ ਸਿੱਖ ਹਰ ਥਾਂ ਤੇ ਹਲੇ ਵੀ ਸੇਵਾ ਵਿੱਚ ਜੁਟਿਆ ਹੋਇਆ। ਤੇ ਆਪਾਂ ਸਾਰੇ ਅਰਦਾਸ ਕਰੀਏ ਮਹਾਰਾਜ ਅੱਗੇ, ਮਹਾਰਾਜ ਆਪ ਜੀ ਇਸ ਵੇਲੇ ਜੋ ਸੰਸਾਰ ਤੇ ਆਪਦਾ ਆਈ ਹੈ, ਆਪ ਹੀ ਕਿਰਪਾ ਕਰਕੇ ਆਪਣੇ ਜੀਵਾਂ ਦੀ ਰੱਖਿਆ ਕਰੋ। ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਅਣ ਪਾਣੀ ਮੁਝ ਪਾਏ, ਦੁਖ ਦਾਲਦ ਪਨ ਧਰ, ਅਰਦਾਸ ਸੁਣੀ ਦਾਤਾਰ ਹੋਈ ਸਿਸ਼ਠਰ, ਲੈ वो कंठ लगाए अपदा सब हर, नानक नाम त्याए प्रभ का सफल कर। ਇਹ ਅਰਦਾਸ ਗੁਰੂ ਅੱਗੇ ਹਮੇਸ਼ਾ ਕਰੀਏ। ਗੁਰੂ ਕਿਰਪਾ ਕਰੇ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਵਿੱਚ ਸੁੱਖ ਹੋਵੇ, ਆਪ ਸਾਰੇ ਸੁਖੀ ਵਸੋ। ਵਾਹਿਗੁਰੂ ਜੀ ਸਭਨਾਂ ਦੇ ਪਰਿਵਾਰਾਂ ਵਿੱਚ ਸੁੱਖ ਖੁਸ਼ੀਆਂ ਖੇੜੇ ਬਖਸ਼ੇ। ਇਹ ਸੁੱਖ ਭੀੜਾ ਵਾਲਾ ਸਮਾਂ ਹੈ, ਇਹਦੇ 'ਚ ਆਪਣਾ ਆਪਣਾ ਬਚਾਅ ਕਰਕੇ ਹਾਂਜੀ ਸਾਰਿਆਂ ਨੇ ਆਪਣੇ ਆਪ ਨੂੰ ਸੰਭਾਲਣਾ ਹੈ। ਹਾਂਜੀ ਬੜੇ ਪਿਆਰੇ ਪਿਆਰੇ ਗੁਰਸਿੱਖ ਪਿਛਲੇ ਦਿਨਾਂ ਵਿੱਚ ਸਾਡੇ ਇੱਕ ਵੀਰ ਜਗਜੀਤ ਸਿੰਘ ਜਿਹੜੇ ਇੰਗਲੈਂਡ ਤੋਂ, ਉਹਨਾਂ ਨੇ ਬਹੁਤ ਸ਼ੁਰੂ 'ਚ ਹੀ ਸੁਨੇਹਾ ਪਾਇਆ ਸੀਗਾ ਵੀ ਸਾਡੇ ਜਿਹੜੇ ਬਜ਼ੁਰਗ ਨੇ, ਕਿਉਂਕਿ ਉਹਨਾਂ ਦਿਨਾਂ 'ਚ ਇਹ ਗੱਲ ਸੀਗੀ ਵੀ ਜਿਹੜਾ ਇਹ ਵਾਇਰਸ ਹੈਗਾ, ਇਹ ਵੱਡਿਆਂ ਨੂੰ ਜ਼ਿਆਦਾ ਲੱਗਦਾ ਹੈ, ਉਹਨਾਂ ਦੇ ਵਾਸਤੇ ਜ਼ਿਆਦਾ ਫੈਟਲ ਹੈਗਾ, ਉਹਨਾਂ ਦੀ ਜ਼ਿੰਦਗੀ ਜਾਨ ਦੇ ਜ਼ਿਆਦਾ ਖਤਰੇ ਹੁੰਦੇ ਨੇ, ਤੇ ਆਪਾਂ ਆਪਣੇ ਇਹੋ ਜਨਰੇਸ਼ਨ ਨੂੰ ਬਚਾ ਲਈਏ। ਉਹਨਾਂ ਨੇ ਬੜੀ ਇਹ ਸੋਸ਼ਲ ਮੀਡੀਆ ਤੇ ਥਾਂ ਇਹਨਾਂ ਨੇ ਸੁਨੇਹਾ ਪਾਇਆ ਸੀਗਾ, ਪਰ ਅਫਸੋਸ ਵੀ ਅਸੀਂ ਉਸ ਨੂੰ ਉਦੋਂ ਸੀਰੀਅਸਲੀ ਨਹੀਂ ਲਿੱਤਾ ਸੀ। ਕਈ ਸਾਰੇ ਸਾਡੇ ਬੜੇ ਪਿਆਰੇ ਪਿਆਰੇ ਗੁਰਸਿੱਖ ਵੀ ਇਸ ਵਾਇਰਸ ਕਰਕੇ ਸੰਸਾਰ ਤੋਂ ਚਲਾਣੇ ਕਰ ਗਏ ਨੇ, ਪਰ ਉਹ ਆਪਣੀ ਸੋਹਣੀ ਜ਼ਿੰਦਗੀ ਕਮਾ ਕੇ ਗਏ। ਪਰ ਹੁਣ ਵੀ ਜਿਹੜੇ ਆਪਣੇ ਗੁਰਸਿੱਖ ਵੱਡਿਆਂ ਦਾ ਆਪਾਂ ਖਿਆਲ ਰੱਖੀਏ, ਆਪਣੇ ਪਰਿਵਾਰਾਂ ਵਿੱਚ ਜਿਹੜੇ ਬਜ਼ੁਰਗ ਨੇ, ਬੱਚੇ ਨੇ, ਉਹਨਾਂ ਤੱਕ ਉਹਨਾਂ ਦੀ ਸੰਭਾਲ ਕਰੀਏ, ਕੋਸ਼ਿਸ਼ ਕਰੀਏ ਵੀ ਉਹਨਾਂ ਨੂੰ ਇਸ ਸਾਰੇ ਸੰਕਰਮਣ ਤੋਂ, ਇਸ ਇਨਫੈਕਸ਼ੀਅਸ ਡਿਜ਼ੀਜ਼ ਤੋਂ ਬਚਾ ਕੇ ਆਪਾਂ ਰੱਖੀਏ। ਬਾਹਰ ਜਾਣਾ ਕੋਈ ਸਿਆਣਪ ਨਹੀਂ ਹੈ, ਕੋਈ ਇਹਦੇ 'ਚ ਐਡਵੈਂਚਰ ਵਾਲੀ ਗੱਲ ਨਹੀਂ ਹੈ। ਹਾਂ ਸੇਵਾ ਵਾਸਤੇ ਜਾਂਦੇ ਆ ਤੇ ਜ਼ਰੂਰ ਆਪਣਾ ਇੰਤਜ਼ਾਮ ਕਰਕੇ, ਜਿਵੇਂ ਪੁਰਾਣੇ ਸਮਿਆਂ ਵਿੱਚ ਸਿੰਘ ਸ਼ਸਤਰਧਾਰੀ ਹੋ ਕੇ ਜਾਂਦੇ ਸੀ, ਅੱਜ ਦਾ ਸਮਾਂ ਜੇ ਤੁਸੀਂ ਬਾਹਰ ਜਾ ਕੇ ਕੋਈ ਸੇਵਾ ਕਰਨੀ ਹੈ, ਪ੍ਰੋਪਰ ਪ੍ਰੀਕਾਸ਼ਨ ਸਾਰੇ ਲਓ, ਐਡਵੈਂਚਰਸ ਨਾ ਹੋਈਏ। ਹਾਂਜੀ ਉਹ ਫੁੱਲ ਹਾਰਡੀ ਹੈਗਾ, ਤੇ ਪੂਰੇ ਆਪਣੇ ਇਤਿਹਾਤ ਵਰਤ ਕੇ ਤੇ ਸੇਵਾ ਵੀ ਕਰੀਏ, ਆਪਣੇ ਪਰਿਵਾਰ ਦੀ ਵੀ ਸੰਭਾਲ ਕਰੀਏ, ਆਪਣੇ ਬਜ਼ੁਰਗਾਂ ਦੀ ਸੰਭਾਲ ਕਰੀਏ, ਕਿਉਂਕਿ ਉਹਨਾਂ ਕੋਲ ਜ਼ਿੰਦਗੀ ਦਾ ਬੜਾ ਵੱਡਾ ਤਜਰਬਾ ਹੈ, ਤੇ ਉਹਨਾਂ ਨੇ ਸਾਨੂੰ ਬਹੁਤ ਸੋਹਣੀਆਂ ਸੇਧਾਂ ਦੇਣੀਆਂ ਨੇ, ਤੇ ਆਪਾਂ ਉਹਨਾਂ ਤੋਂ
ਸੰਗਤ ਕਰਕੇ ਉਹਨਾਂ ਤੋਂ ਇਹ ਲਾਭ ਲੈਂਦੇ ਰਹਿ ਸਕੀਏ ਤੇ ਮਹਾਰਾਜ ਅੱਗੇ ਅਰਦਾਸ ਕਰੀਏ ਉਹਨਾਂ ਨੂੰ ਦੀਰਘਾਯੂ ਬਖਸ਼ੇ, ਸਾਰਿਆਂ ਨੂੰ, ਸਿਰਫ ਸਿੱਖਾਂ ਨੂੰ, ਤੇ ਅਸੀਂ ਸਾਰੇ ਗੁਰੂ ਦੇ ਲੜ ਲੱਗ ਕੇ ਇਸ ਸਮੇਂ ਵਿੱਚ ਆਪਣਾ ਸਮਾਂ ਸਫਲਾ ਕਰ ਸਕੀਏ। ਤੇ ਮੇਰੇ ਕੋਲ ਮੈਂ ਆਸ ਕਰਦਾ ਸੀ ਮੈਂ ਕੋਈ ਸੁਨੇਹਾ ਕੋਈ ਆਇਆ ਨਹੀਂ ਹੈ, ਸੋ ਇੱਥੇ ਹੀ ਮੈਂ ਇਸ ਸੈਸ਼ਨ ਨੂੰ ਸਮਾਪਤ ਕਰਦਾ। ਬਹੁਤ ਬਹੁਤ ਧੰਨਵਾਦ ਜੋ ਆਪ ਸਾਰੇ ਜੁੜੇ, ਆਪ ਜੀ ਨੇ ਮੌਕਾ ਦਰਸ਼ਨ ਕਰਨ ਦਾ ਬਖਸ਼ਿਆ, ਤੇ ਗੁਰੂ ਕਿਰਪਾ ਕਰੇ ਇਸ ਤਰ੍ਹਾਂ ਹੀ ਸੰਜੋਗ ਬਣਨ। ਜੋ ਅਸੀਂ ਖਾਲਸਾ ਕੈਂਪ ਲਾਉਂਦੇ ਸੀਗੇ, ਬੜਾ ਸੋਹਣਾ ਸਮਾਂ ਹੁੰਦਾ ਸੀਗਾ, ਜੁੜ ਬੈਠ ਕੇ ਅਸੀਂ ਬੜਾ ਕੁਝ ਸਿੱਖਦੇ ਸੀ ਇੱਕ ਦੂਜੇ ਤੋਂ, ਤੇ ਪਰ ਹੁਣ ਸਮੇਂ ਦੀ ਲੋੜ ਅਨੁਸਾਰ ਇਸ ਤਰ੍ਹਾਂ ਦੂਰੋਂ ਬੈਠ ਕੇ ਆਪਾਂ ਆਪਣੇ ਵਿਚਾਰ ਸਾਂਝੇ ਕਰਨੇ ਨੇ। ਇਹਦੇ 'ਚ ਉਹ ਇੰਟਰੈਕਸ਼ਨ ਤਾਂ ਨਹੀਂ ਹੋ ਪਾਉਂਦਾ ਜਿਹੜਾ 1-to-1 ਇੰਟਰੈਕਸ਼ਨ ਅਸੀਂ ਉੱਥੇ ਕਰਦੇ ਸੀਗੇ, ਪਰ ਫਿਰ ਵੀ ਵਿਚਾਰਾਂ ਦੀ ਸਾਂਝ ਹੁੰਦੀ ਹੈ। ਸੋ ਮੇਰਾ ਅਲਪ ਬੁੱਧੀ ਹੈਗੀ ਹੈ, ਛੋਟੀ ਮੱਤ ਹੈ, ਕੋਈ ਬਹੁਤੀ ਕੋਈ ਕਮਾਈ ਨਹੀਂ, ਬਹੁਤੀ ਕੀ ਕਹਿਣਾ, ਬਿਲਕੁਲ ਕੋਈ ਕਮਾਈ ਨਹੀਂ ਹੈ, ਸਖਣਾ ਹੈਗਾ ਅੰਦਰੋਂ। ਮਹਾਰਾਜ ਕਿਰਪਾ ਅਰਦਾਸ ਕਰਨੀ ਗੁਰੂ ਅੱਗੇ, ਮਹਾਰਾਜ ਕਿਰਪਾ ਮਾਤਰ ਆਪਣੀ ਭਗਤੀ ਬਖਸ਼ਣ ਤੇ ਨਾਮ ਦੀ ਦਾਤ ਬਖਸ਼ਣ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣ, ਗੁਰਬਾਣੀ ਨਾਲ ਜੋੜ ਕੇ ਰੱਖਣ, ਸੁਚੱਜਾ ਜੀਵਨ ਬਖਸ਼ ਕੇ ਇਹ ਜਿਹੜੇ ਰਹਿੰਦੇ ਸਵਾਸ ਨੇ ਇਹਨਾਂ ਨੂੰ ਮਹਾਰਾਜ ਲੇਖੇ ਲਵਾ ਲੈਣ, ਤੇ ਜੋ ਸੇਵਾ ਆਪ ਸਭ ਸੰਗਤਾਂ ਦੀ ਕਰ ਸਕੀਏ ਐਸੀ ਮਹਾਰਾਜ ਬਿਦ ਬਣਾਉਣ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਥੋੜੀ ਦੇਰ ਵਾਸਤੇ ਆਪਾਂ ਸਿਮਰਨ ਦੇ ਨਾਲ ਜੁੜਦੇ ਹਾਂ ਜੀ। ਮਹਾਰਾਜ ਕਿਰਪਾ ਕਰਨ ਸਾਰਿਆਂ ਤੇ। ਵਾਹਿਗੁਰੂ 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 ਵਾਹਿਗੁਰੂ